ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਤੀਜਾ। ਮੋਹ ਭੇਖ ਕਰ ਪਰਮਾਈਐ, ਮਨ ਹਿਰਦੈ ਕਪਟ ਕਮਾਏ। ਹਰ ਕਾ ਮਹਿਲ ਨ ਪਾਵਈ, ਮਰ ਬਿਸ਼ਟਾ ਮਾਹੇ ਸਮਾਏ। ਮਨ ਰੇ ਗ੍ਰਹਿ ਮਾਹੇ ਉਦਾਸ, ਸਤ ਸੰਜਮ ਕਰਨੀ ਸੋ ਕਰੇ। ਗੁਰਮੁਖ ਹੋਏ ਪਰਗਾਸ ਰਹਾਉ। ਮਨ ਰੇ ਗ੍ਰਹਿ ਮਾਹੇ ਉਦਾਸ, ਸਤ ਸੰਜਮ ਕਰਨੀ ਸੋ ਕਰੇ। ਗੁਰਮੁਖ ਹੋਏ ਪਰਗਾਸ ਰਹਾਉ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਸ੍ਰੀ ਰਾਗ ਵਿੱਚੋਂ ਸਤਿਗੁਰਾਂ ਦੇ ਪਵਿੱਤਰ ਅੰਗ 26 ਤੋਂ ਆਪ ਜੀ ਨੇ ਸਰਵਣ ਕੀਤੇ। ਇਹਨਾਂ ਪਵਿੱਤਰ ਸ਼ਬਦਾਂ ਨੂੰ ਉਚਾਰਨ ਦਾ ਮਕਸਦ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਕੁਝ ਸਾਧ ਬ੍ਰਾਹਮਣ ਆਮ ਲੋਕ ਬਹੁਤ ਆਉਂਦੇ ਹੈ ਤੇ ਆਪੋ ਆਪਣੇ ਪ੍ਰਸ਼ਨ ਰੱਖਦੇ ਹੈ। ਕੱਲ ਆਪਾਂ ਉਥਾਨਕਾ ਸਰਵਣ ਕਰ ਰਹੇ ਸੀ। ਇਹਨਾਂ ਸ਼ਬਦਾਂ ਦੀ ਇਹ ਦੋ ਸ਼ਬਦ ਇੱਕੋ ਮਕਸਦ ਰੱਖਦੇ ਹੈ ਕਿ ਪਰਮੇਸ਼ਰ ਦੇ ਨਾਮ ਨਾਲ ਹੀ ਜੁੜਨਾ ਚਾਹੀਦਾ। ਇੱਕ ਸਾਧੂ ਨੇ ਆ ਕੇ ਦੱਸਿਆ ਸੀ ਕਿ ਮਹਾਰਾਜ ਮੈਂ ਯਾਤਰਾ ਕਰਕੇ ਆਇਆ ਮਣੀਕਰਨ ਦੀ, ਔਰ ਮਣੀਕਰਨ ਬੜਾ ਇਤਿਹਾਸਕ ਥਾਂ ਹੈ। ਬਾਬਾ ਜੀ ਕਹਿੰਦੇ ਉਹ ਕਿਵੇਂ? ਕਹਿੰਦੇ ਮਹਾਰਾਜ ਉੱਥੇ ਸ਼ਿਵ ਜੀ ਤੇ ਪਾਰਵਤੀ ਆਏ ਸਨ। ਸ਼ਿਵ ਜੀ ਨੇ ਗਰਮ ਪਾਣੀ ਦਾ ਤੇ ਪਾਰਵਤੀ ਨੇ ਠੰਡੇ ਪਾਣੀ ਦਾ ਉੱਥੇ ਜਿਹੜਾ ਸੋਮਾ ਪ੍ਰਗਟ ਕੀਤਾ ਸੀ। ਪਰ ਸਤਿਗੁਰੂ ਅਮਰਦਾਸ ਜੀ ਕਹਿੰਦੇ ਉਹ ਕਹਿਣ ਲੱਗਿਆ ਉੱਥੇ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ। ਤੇ ਸਤਿਗੁਰਾਂ ਨੇ ਕੱਲ ਇਸ ਵਿਸ਼ੇ ਤੇ ਸਮਝਾਇਆ ਸੀ ਕਿ ਮਨੋਕਾਮਨਾ ਪੂਰੀਆਂ ਕਰਨ ਵਾਲਾ ਜਿਹੜਾ ਤੀਰਥ ਹੈ ਉਹ ਸਤਿਗੁਰ ਹੈ। ਤੀਰਥ ਨਾਵੜ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦ ਗਿਆਨ ਹੋਵੇਗਾ ਫਿਰ ਇਹ ਮਨੁੱਖ ਤੀਰਥ ਭਾਵ ਕਿਨਾਰੇ ਹੋਣਾ, ਪਾਸੇ ਹੋਣਾ, ਇਹਨਾਂ ਵਿਕਾਰਾਂ ਤੋਂ ਤਾਂ ਹੀ ਪਾਸੇ ਹੋ ਸਕਦਾ ਹੈ, ਤਾਂ ਹੀ ਸੰਸਾਰ ਤੋਂ ਕਿਨਾਰਾ ਕਰ ਸਕਦਾ ਹੈ, ਤਾਂ ਹੀ ਸੰਸਾਰ ਦੇ ਜੰਮਣ ਮਨ ਚੋਂ ਨਿਕਲ ਸਕਦਾ ਹੈ ਜੇ ਗਿਆਨ ਹੋਵੇਗਾ। ਤੇ ਗਿਆਨ ਜਿਹੜਾ ਨਾਮ ਦੇ ਨਾਲ ਹੋਵੇਗਾ ਤੇ ਨਾਮ ਹੈ ਜਿਹੜਾ ਉਹ ਸਤਿਗੁਰੂ ਕੋਲੋਂ ਮਿਲਦਾ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। तो अगला शब्द भी इसे विषय ते पातशाह जी ने उस वेले उचारिया। कहने साध राम बहु भेख कर भरमाई है, मन हिरदय कपट कमाए। मनुख धार्मिक भेख धारण करके नीले काले भगवे चिट्टे चोले पहन के फिर रटन करदा, यात्रावां करदा, तीर्थां दे जांदा है। पर उत्थे जाके भी जिहड़ी मन की बिरती बदलदा नहीं, छल फरेब कपट ठगियां धोखे करदा और इहदे नाल हंकार भी करदा कि मैं इन्ने तीर्थां दे इशनान कर लए, पर अंदरों बदलिया नहीं। उस तरह जिवें एक दिन भगत रविदास जी दे कोल कुछ साधु आए। जाते जाते कहते भी आओ भगत जी यात्रा करवा लियाइए। भगत जी कहते कित्थे चले हो? कहते जी असी तीर्थां की यात्रा ते चले हैं, गंगा आदि प्रयागराज। कहते अच्छा फिर तो बहुत वधिया गल है भाई, जाओ।
ਤੁਸੀਂ ਵੀ ਚੱਲੋ ਮਾਰੇ। ਕਹਿੰਦੇ ਅਸੀਂ ਤਾਂ ਨਹੀਂ ਜਾ ਸਕਦੇ, ਸਾਡੇ ਕੋਲੇ ਟਾਈਮ ਨਹੀਂ ਭਾਈ, ਬੱਚੇ ਪਾਲਨੇ ਆ। ਤੁਸੀਂ ਐਦਾਂ ਕਰੋ, ਆ ਇੱਕ ਮੇਰੇ ਕੋਲੇ ਫਲ ਹੈ, ਇਹ ਲੈ ਜਾਓ, ਇਹਨੂੰ ਸਾਰੇ ਤੀਰਥਾਂ 'ਤੇ ਜ਼ਰੂਰ ਇਸ਼ਨਾਨ ਕਰਾ ਕੇ ਲਿਆਏ। ਕਹਿੰਦੇ ਜੀ ਕੋਈ ਗੱਲ ਨਹੀਂ, ਕੋਈ ਨਹੀਂ, ਲਿਓ ਫੜਾ ਦਿਓ। ਉਹਨਾਂ ਨੇ ਪੀਲੇ ਰੰਗ ਦਾ ਫਲ ਜਿਹੜਾ ਸੀਗਾ ਸਾਧਾਂ ਨੂੰ ਫੜਾ ਦਿੱਤਾ, ਅਤੇ ਸਾਧਾਂ ਨੇ ਝੋਲੇ 'ਚ ਪਾ ਲਿਆ ਅਤੇ ਲੈ ਗਏ ਨਾਲ। ਜਿੱਥੇ ਜਿੱਥੇ ਗੰਗਾ ਪ੍ਰਯਾਗ ਆਦਿ ਤੀਰਥਾਂ 'ਤੇ ਇਸ਼ਨਾਨ ਕਰਦੇ ਰਹੇ, ਉੱਥੇ ਉਹਨੂੰ ਵੀ ਧੋਂਦੇ ਰਹੇ ਨਾਲ ਨਾਲ। ਕਹੋ ਸਤਿਨਾਮ ਸ੍ਰੀ। ਝੋਲੇ 'ਚੋਂ ਕੱਢਦੇ, ਧੋ ਸੰਵਾਰ ਕੇ ਫਿਰ ਵਿੱਚ ਪਾ ਲੈਂਦੇ। ਉਹ ਕਾਫੀ ਸਮੇਂ ਤੋਂ ਬਾਅਦ ਯਾਤਰਾ ਕਰਕੇ ਜਦ ਵਾਪਸ ਆਏ ਅਤੇ ਭਗਤ ਜੀ ਨੂੰ ਮਿਲੇ, ਔਰ ਭਗਤ ਜੀ ਨੂੰ ਮਿਲ ਕੇ ਬੜੇ ਖੁਸ਼ ਹੋਏ। ਭਗਤ ਜੀ ਵੀ ਮੁਸਕਰਾ ਪਏ, ਕਹਿੰਦੇ ਆਓ ਸਾਧ ਰਾਮ ਜੀ, ਹੋ ਗਈ ਯਾਤਰਾ? ਕਹਿੰਦੇ ਜੀ ਕਰੇ ਆਂਦੀ। ਕਹਿੰਦੇ ਸਾਡਾ ਕੰਮ ਲਓ ਜੀ, ਤੁਹਾਡਾ ਕੰਮ ਵੀ ਅਸੀਂ ਨਾਲ ਨਾਲ ਕੀਤਾ, ਆਹ ਲਓ ਆਪਣਾ ਫਲ। ਕਹੋ ਸਤਿਨਾਮ ਸ੍ਰੀ। ਭਗਤ ਜੀ ਕਹਿੰਦੇ ਇਹ ਤਾਂ ਬਹੁਤ ਸਵਾਰ ਹੋ ਗਿਆ, ਹੁਣ ਲਿਓ ਇਹਨੂੰ ਕੱਟ ਕੇ ਛਕੀਏ, ਤਾਂ ਪ੍ਰਸ਼ਾਦ ਹੀ ਬਣ ਗਿਆ ਹੋਣਾ ਫਿਰ ਹੁਣ। ਅਤੇ ਗੁਰੂ ਪਿਆਰੋ ਭਗਤ ਜੀ ਨੇ ਲੈ ਕੇ ਚਾਕੂ ਕਰਦ ਆਦਿ ਉਸ ਨੂੰ ਕੱਟਿਆ, ਟੋਟੇ ਕੀਤੇ, ਅਤੇ ਸਾਰਿਆਂ ਨੂੰ ਇੱਕ ਇੱਕ ਫਾੜੀ ਫੜਾਤੀ। ਕਹਿੰਦੇ ਖਾਓ। ਜਦ ਖਾਣ ਲੱਗੇ ਤੇ ਮੋਹ ਮੱਚ ਗਿਆ। ਕੌੜਾ ਕੀ ਸੀ? ਉਹ ਤੁੰਮਾ, ਜਿਸ ਨੂੰ ਬਾਹਰੋਂ ਧੋਂਦੇ ਰਹੇ ਪਰ ਅੰਦਰੋਂ ਕੌੜੇ ਦਾ ਕੌੜਾ ਰਿਹਾ। ਅਤੇ ਭਗਤ ਜੀ ਨੇ ਅਸਲ ਵਿੱਚ ਇਹ ਦ੍ਰਿਸ਼ਟਾਂਤ ਦਿੱਤਾ ਹੈ, ਬਾਹਰੋਂ ਧੋਤੀ ਤੁੰਬੜੀ, ਅੰਦਰੋਂ ਬੇਸਨ ਕੋਰ, ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਚੋਰਾਂ ਠੱਗਾਂ ਨੇ ਤੀਰਥਾਂ ਦੇ ਜਾ ਕੇ ਵੀ ਆਪਣਾ ਕੰਮ ਕਰਨਾ ਹੈ, ਚੋਰੀ ਕਰਨੀ ਹੈ। ਆ ਵੇਖਦੇ ਆ ਨਾ, ਧਾਰਮਿਕ ਸਥਾਨਾਂ 'ਤੇ ਇਕੱਠ ਹੁੰਦੇ ਆ, ਵੱਡੇ ਮੇਲੇ ਲੱਗਦੇ ਆ, ਵਿਸਾਖੀ ਦੇ, ਦੀਵਾਲੀ 'ਤੇ ਸੰਗਤਾਂ ਇਕੱਠੀਆਂ ਹੁੰਦੀਆਂ, ਵਿੱਚ ਉਹਦੇ ਚੋਰ ਵੀ ਆਉਂਦੇ ਆ, ਅਤੇ ਚੋਰ ਆਪਣਾ ਜੇਬਾਂ ਕੱਟਣ ਦਾ ਕੰਮ ਕਰਦੇ ਆ। ਕੋਈ ਸਤਿਨਾਮ ਸੀ। ਉਹਨਾਂ ਨੇ ਉੱਥੋਂ ਕੀ ਲਾਹਾ ਕੱਟਣਾ? ਉਹਨਾਂ ਨੇ ਚੋਰੀ ਕਰਨੀ ਆ। ਜਿਹੜੇ ਨਾਮ ਜਪਣ ਵਾਲੇ ਆ ਉਹ ਤਾਂ ਘਰੇ ਬੈਠ ਕੇ ਵੀ ਪਰਮੇਸ਼ਰ ਦਾ ਨਾਮ ਜਪ ਲੈਣਗੇ ਔਰ ਪਰਮੇਸ਼ਰ ਨੂੰ ਪਾ ਲੈਣਗੇ। ਇਹੀ ਗੱਲ ਸਤਿਗੁਰੂ ਅਮਰਦਾਸ ਜੀ ਉਹ ਸਾਧ ਨੂੰ ਕਹਿੰਦੇ ਹੈ, ਜਿਹੜਾ ਆ ਕਰਕੇ ਗੁਰੂ ਪਿਆਰੋ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ। ਜੀ ਮੈਂ ਮਣੀਕਰਨ ਦੀ ਯਾਤਰਾ ਕਰਕੇ ਆਇਆ, ਕਮਾਲ ਹੋ ਗਈ। ਉੱਥੇ ਗਰਮ ਪਾਣੀ ਨਿਕਲਦਾ, ਵੈਸੇ ਕੁਦਰਤੀ ਖੇਡ ਆ। ਪਾਣੀ ਕਿੰਨੇ ਤਰ੍ਹਾਂ ਦਾ ਹੈ, ਕਿਸੇ ਪਾਣੀ ਦਾ, ਕਿਸੇ ਨਲਕੇ ਦਾ ਪਾਣੀ ਸਾਡਾ ਗਲਾ ਖਰਾਬ ਕਰ ਦਿੰਦਾ, ਕਿਸੇ ਨਲਕੇ ਦਾ ਪਾਣੀ ਬਿਮਾਰੀਆਂ ਹਟਾ ਵੀ ਦਿੰਦਾ। ਕਿਤੋਂ ਗਰਮ ਪਾਣੀ ਨਿਕਲਦਾ, ਕਿਤੋਂ ਠੰਡਾ ਨਿਕਲਦਾ, ਕਿਤੋਂ ਲਾਵਾ ਨਿਕਲਦਾ, ਕਿਤੇ ਬਰਫ ਹੀ ਜੰਮੀ ਜਾਂਦੀ ਆ। ਕਹੋ ਸਤਿਨਾਮ ਸ੍ਰੀ। ਇਹ ਕੁਦਰਤ ਦਾ ਸਿਸਟਮ ਹੈ, ਪਰਮੇਸ਼ਰ ਦਾ ਸਿਸਟਮ ਹੈ। ਇਸ ਕਰਕੇ ਸਤਿਗੁਰੂ ਉਹ ਸਾਧ ਰਾਮ ਨੂੰ ਅਤੇ ਸੰਗਤਾਂ ਨੂੰ ਸਮਝਾਉਂਦੇ ਹੋਏ ਕੀ ਕਹਿੰਦੇ ਹਨ? ਸ੍ਰੀ ਰਾਗ ਮਹੱਲਾ ਤੀਜਾ। ਬਹੁ ਭੇਖ ਕਰ ਭਰਮਾਈਐ, ਮਨ ਹਿਰਦੈ ਕਪਟ ਕਮਾਏ। ਜੇ ਭੇਖ ਧਾਰ ਕੇ ਕੋਈ ਸਾਰੇ ਤੀਰਥਾਂ ਦਾ ਰਟਨ ਕਰ ਲਵੇ, ਜਿਵੇਂ ਹਿੰਦੂ ਮਤ ਵਿੱਚ 68 ਤੀਰਥ ਵੱਡੇ ਮੰਨੇ ਗਏ ਆ ਇਹਨਾਂ ਦੇ, ਸੋ ਇਸੇ ਤਰ੍ਹਾਂ ਹੀ ਜੇ ਕੋਈ ਸਾਰੇ ਤੀਰਥਾਂ ਦਾ ਰਟਨ ਕਰ ਲਵੇ ਪਰ ਆਪਣੇ ਵਿੱਚ ਬਦਲਾਓ ਨਾ ਲਿਆਵੇ, ਮਾੜੇ ਕੰਮ ਨਾ ਛੱਡੇ, ਤੇ ਫਿਰ ਤੀਰਥਾਂ 'ਤੇ ਜਾਣ ਦਾ ਕੋਈ ਫਾਇਦਾ ਨਹੀਂ। ਜੇ ਮਨ ਵਿੱਚੋਂ ਕਪਟ, ਠੱਗੀ, ਛਲ ਫਰੇਬ, ਧੋਖਾ ਨਾ ਛੱਡਿਆ। ਹਰ ਕਾ ਮਹਿਲ ਨਾ ਪਾਵੀ, ਉਹ ਕਦੇ ਵੀ ਹਰੀ ਤੱਕ ਪਹੁੰਚ ਨਹੀਂ ਸਕਦਾ ਗਾ, ਅਤੇ ਮਰਨ ਤੋਂ ਬਾਅਦ ਨਰਕਾਂ ਦੀ ਜੂਨੀ ਵਿੱਚ ਜਾਵੇਗਾ। ਮਰ ਵਿਸ਼ਟਾ ਮਾਹੇ ਸਮਾਏ, ਕਿਹੜੀਆਂ ਜੂਨਾਂ ਵਿੱਚ ਜਾਵੇਗਾ, ਕਿਉਂਕਿ ਅੰਦਰੋਂ ਦਿਮਾਗ ਤਾਂ ਬਦਲਿਆ ਨਹੀਂ। ਮਰਨ ਵੇਲੇ ਵੀ ਫੁਰਨੇ ਠੱਗੀਆਂ ਚੋਰੀਆਂ ਦੇ, ਅਤੇ ਜਿਹੋ ਜਿਹਾ ਅੰਤ ਵੇਲੇ ਖਿਆਲ ਕਰਦਾ ਉਹੋ ਜਿਹਾ ਫਿਰ ਅਗਲਾ ਜਨਮ ਹੋ ਜਾਂਦਾ ਮਨੁੱਖ ਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਿੱਖੋ ਸਾਧ ਰਾਮ ਜੀ, ਇਕੱਲੇ ਤੀਰਥਾਂ ਦੇ ਜਾਣ ਦਾ ਮਤਲਬ ਨਹੀਂ। ਜਿਹੜਾ ਸਾਡਾ ਸਤਿਗੁਰੂ ਹੈ, ਜਿੱਥੇ ਉਹ ਸਾਨੂੰ ਪਰਮੇਸ਼ਰ ਨਾਲ ਜੋੜਦਾ, ਉੱਥੇ ਜੁੜਨ ਦਾ ਗਿਆਨ ਵੀ ਦਿੰਦਾ ਹੈ। ਗਿਆਨ ਤੋਂ ਬਿਨਾਂ ਗੱਲ ਨਹੀਂ ਬਣਨੀ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ, ਮਹਾਰਾਜ ਮੈਂ ਬੜਾ ਕੁਝ ਕੀਤਾ ਤਾਂ ਦੁਨੀਆ ਨੇ ਹੈ, ਪਰ ਆਪਦੇ ਉੱਤੇ ਲਾ ਕੇ ਕਹਿੰਦੇ ਨੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ। ਵੇਦਾਂ ਨੇ ਪਾਠ ਵੀ ਕੀਤੇ, ਨਿਉਲੀ ਕਰਮ ਵੀ ਕੀਤੇ, ਪੁੱਠਾ ਸਿੱਧਾ ਵੀ ਲਮਕਿਆ, ਨੇਤੀ ਧੋਤੀ ਵੀ ਕੀਤੀ, ਅਲੋਮ ਵਿਲੋਮ ਵੀ ਕੀਤਾ, ਨੱਕ ਨੂੰ ਬੰਦ ਕਰਕੇ ਇੱਕ 'ਚੋਂ ਸਾਹ ਖਿੱਚਿਆ, ਦੂਜੇ 'ਚੋਂ ਛੱਡਿਆ। ਆ ਜਿਵੇਂ ਰਾਮਦੇਵ ਕਰਾਉਂਦਾ,
ये सारा कुछ मैं कीता महाराज। पाठ पढ़ियो और वेद विचारियो, निवल भयंगम साधे। 5 जना स्यो संग न छुटक्यो, अध के अहम बुध बाधे प्यारे। इन विध मिल न जाई, इस ढंग नाल परमेश्वर नाल नहीं मिलिया जाना। ये कुछ करके जे कर गुरु तो ज्ञान नहीं लैंदा, को सतनाम श्री प्यारे। इन विध मिलन न जाई, मैं किए कर्म अनेका। सारे कर्म कांड करके भी जदों कोई मैनू प्रॉफिट ना होया, कोई फायदा ना होया, अखीर मैं गुरु के चरणों में आके डिग्या। महाराज दसो की करा, को सतनाम श्री हार परियो। स्वामी के द्वारे दीजै बुद्ध विवेका। मैनू ज्ञान वाली मत बख्शो, ज्ञान वाली बुद्धि बख्शो, मैं की करा। दीजै बुद्ध विवेका रहाओ। होर की कुछ कीता? कहने महाराज की नहीं कीता वो पुछो। तीर्थां ते मैं इशनान कर ले, गंगा जाके मैं दान पुण्य कर ले, बहुत कुछ किया। सारे धार्मिक स्थानां दी यात्रा मैं की है, पर अंदरों हंकार नहीं गया। ते जिन्ना चिर हंकार नहीं जाता, छल फरेब कपट धोखा फरेब नहीं जाता, उन्ना चिर धार्मिक स्थानां ते जाण दा कोई फायदा नहीं होना। भावें कोई गंगा ते धार्मिक स्थानां दे विच रहन लग जावे, विच घर पा लवे। गंगा तीर जो घर करे, पीवै निर्मल नीर। बिन हर भगत न मुक्त होए, इउं कह रमे कमीर। जे बंदा अपने आप नूं बदलदा नहीं अंदरों, तो उहदा तीर्थां ते वसना भी बेकार जावेगा। इस करके प्रीतम जी कहंदे भलिया, ये धार्मिक भेख धार के नीला काला चिट्टा भगवा पीला आदि पा करके जे कोई सारे धार्मिक स्थानां की यात्रा कर लवे। यात्रा करते हैं, आप भी यात्रा ते जाने, बहुत झोले चकते हैं, गड्डियां चढ़ जाने, पर भज दौड़ यही रहिंदी आ। इत्थों कमरा मिल जे, इत्थों लंगर मिल जे, इत्थों आ मिल जे, किते भुखे ना मर जाइए। उत्थे जाके उतों के ज्ञान नूं प्राप्त नहीं करना, को सतनाम श्री। उतों का इतिहास नहीं देखना भी गुरु ने इत्थे की कहा सानू, असीं उहनूं जीवन विच धारण करना है कि नहीं करना। रहता कुरहता की दसियां, बस वेखण चले ते बिल्डिंगां देख के मुड़े आउंदे आ। जो शब्द है, जो इतिहास है, जो उत्थों दे बचन है दसे गुरुआं ने, उन्हां स्थानां ते जाके उन्हां बचनां नूं याद नहीं करना, पुछना नहीं, सुनना नहीं, भज दौड़ च ही रहने आ। असीं भी यात्रा करके मुड़े आउणे आ ते लोकां कोले फड़ा मारदे आ। मैं 5 वारी हजूर साहब जा आया, तो फिर की हो गया? केस तो हजे तक नहीं रखे, को सतनाम। हजूर साहब जान का की फायदा? ਇਹਦਾ ਦੂਜਾ अर्थ भी समझो ना। गुरु कहना 60 साल तो पहला हजूर साहब आ जी, तो असीं ਇਹਦਾ अर्थ की कढ़िया भी नंदेड़ जा आओ, मत्था टेकिया तो आप समझो गुरु के नेड़े पहुँच गए। हजूर का दूजा अर्थ है नेड़े आ जा मेरे। 60 साल तो पहला गुरु वाला बन जा। कि असीं तो बुढ़े होके भी कहने बाबा हुण तां गांह जाके छकांगे, ते गाहां अमर दा बाटा नहीं, तपदे तेल दा कड़ा है। को सतनाम श्री। इस करके मेरे प्रीतम जी कहते सिखा, कोई फायदा नहीं जे भेख धार के तीर्थां दर्शन तक करदा रहा, पर अपने सुभाਅ नूं ना बदलिया। जे अपनी सोच नूं ना बदलिया तो फिर कख नहीं पल्ले पैणागा, एवें सारा जीवन बर्बाद कर लवेगा। बुल्ले शाह कहंदा, फड़दा फिरे आकाश दे पंछियां नूं, कदे अपने आप नूं फड़िया नहीं। जा जा मंदिर मसीती वड़दा है, कदे अपने अंदर वड़िया ही नहीं। कदे आप दे अंदर वड़िया नहीं गा, केवल बिल्डिंगां दे नाल ही जुड़िया होया है। तू गुरु दी गल नाल भी जुड़ना कर। मेरा रूप ग्रंथ जी जान, इसमें भेद न रंचक मान। जो बचन करन की चाहे तो ग्रंथ विचार सुनो चित लाए। बाणी की गल भी सुनो की कहते हैं। तो इस करके गुरु प्यारिओ पातशाह जी इस विषय ते भावें कि वो साध नूं कह रहे हैं, जिन्हें आके मणीकरण की बड़ी महिमा की। सतगुरु कहन लगे, मनोकामना पूरियां करने वाला गुरु है। नाम ही बड़ा तीर्थ है।
ਇਸ ਕਰਕੇ ਆ ਸਿੱਖਾ ਆਪਾਂ ਹਰੀ ਦੇ ਨਾਮ ਨਾਲ ਜੁੜਨਾ ਕਰੀਏ। ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਸਾਰੇ ਤੀਰਥਾਂ ਦੇ ਵੀ ਜਾਇਆ, ਦੁਬਦਾ ਖਤਮ ਨਹੀਂ ਹੋਈ। ਔਰ ਸਿਰ ਕਰਬਤ ਧਰਾਏ, ਗੰਗਾ ਤੇ ਕਾਸ਼ੀ ਤੇ, ਗੰਗਾ ਦੇ ਕਿਨਾਰੇ ਤੇ ਇੱਕ ਆਰਾ ਲੱਗਿਆ ਸੀਗਾ। ਉਸ ਵੇਲੇ ਦੇ ਧਾਰਮਿਕ ਮੁਖੀ ਬ੍ਰਾਹਮਣਾਂ ਨੇ, ਆਰੀਅਨ ਲੋਕਾਂ ਨੇ, ਜਿਨ੍ਹਾਂ ਨੇ ਭਾਰਤ ਚੋਂ ਬੁੱਧ ਧਰਮ ਨੂੰ ਖਤਮ ਕੀਤਾ ਆ ਕੇ, ਜਿਨ੍ਹਾਂ ਨੇ ਗੁਰੂ ਪਿਆਰਿਓ ਇੱਥੇ ਆ ਕੇ ਕਬਜ਼ਾ ਕੀਤਾ, ਦੂਸਰੇ ਦੇਸ਼ ਦੇ ਲੋਕ ਇੱਥੇ ਆ ਕੇ ਭਾਰਤ ਵਰਸ਼ ਨੂੰ ਕਾਬੂ ਵਿੱਚ ਕਰਕੇ ਇੱਥੋਂ ਦੇ ਆਦੀਵਾਸੀਆਂ ਨੂੰ, ਇੱਥੋਂ ਦੇ ਮਹਾਤਮਾ ਬੁੱਧ ਵਰਗਿਆਂ ਦੇ ਧਰਮ ਨੂੰ ਖਤਮ ਕੀਤਾ ਤੇ ਆਪਣਾ ਪਖੰਡ ਚਲਾਇਆ। ਉਹਨਾਂ ਨੇ ਉੱਥੇ ਆਰਾ ਲਾਇਆ ਸੀ ਤੇ ਗੱਲ ਕੀ ਫੈਲਾਈ ਸੀ ਵੀ ਜਿਹੜਾ ਗੰਗਾ ਆ ਕੇ ਮਰੂਗਾ ਉਹ ਤਾਂ ਸੱਚਖੰਡ ਨੂੰ, ਸਵਰਗਾਂ ਨੂੰ ਜਾਊਗਾ, ਤੇ ਜਿਹੜਾ ਹੋਰ ਕਿਤੇ ਮਰੂਗਾ ਉਹ ਨਰਕਾਂ ਨੂੰ ਜਾਊਗਾ। ਇੱਕ ਨੇੜੇ ਹੀ ਧਰਤੀ ਹੈ, ਕਹਿਣ ਲੱਗੇ ਜਿਹੜਾ ਉੱਥੇ ਮਰੂਗਾ ਉਹ ਨਰਕਾਂ ਨੂੰ ਜਾਊਗਾ। ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਵਾਰ ਮਗਹਰ ਉੱਠ ਆਇਆ। ਮਗਹਰ ਦੀ ਭੂਮੀ, ਹੜੰਬੇ ਦੀ ਧਰਤੀ, ਕਹਿੰਦੇ ਜਿਹੜਾ ਉੱਥੇ ਮਰੂਗਾ ਉਹ ਨਰਕਾਂ ਨੂੰ ਜਾਊਗਾ। ਜਿਹੜਾ ਗੰਗਾ ਆ ਕੇ ਆਰੇ ਨਾਲ ਆਪਣਾ ਸਿਰ ਕਟਾ ਕੇ ਇੱਥੇ ਮਰੂਗਾ ਔਰ ਆਪਣੀ ਸੰਪਤੀ ਇੱਥੇ ਦਾਨ ਪੁੰਨ ਕਰ ਦੂਗਾ, ਉਹ ਸਵਰਗਾਂ ਨੂੰ ਜਾਊਗਾ। ਕੋਈ ਸਤਨਾਮ ਸੀ, ਇੱਥੇ ਆਰਾ ਲੱਗਿਆ ਹੋਇਆ ਸੀਗਾ। ਫੇਰ ਹੀ ਬਾਣੀ ਵਿੱਚ ਪਾਤਸ਼ਾਹ ਨੇ ਲਿਖਿਆ, ਸਿਰ ਕਰਬਤ ਧਰਾਏ। ਜੇ ਕੋਈ ਹਰਿਦੁਆਰ ਗੰਗਾ ਤੇ ਜਾ ਕੇ ਆਰੇ ਨਾਲ ਸਿਰ ਚਰਾ ਦੇਵੇ ਤਾਂ ਵੀ ਰੱਬ ਨੂੰ ਨਹੀਂ ਪਾ ਸਕਦਾਗਾ। ਅਸਲ ਵਿੱਚ ਉਹ ਪਖੰਡ ਸੀ ਜਿਸ ਦਾ ਪੜ੍ਹੇ ਲਿਖੇ ਅੰਗਰੇਜ਼ਾਂ ਨੇ ਖਾਤਮਾ ਕੀਤਾ। ਕੋ ਸਤਨਾਮ ਸ੍ਰੀ। ਅੰਗਰੇਜ਼ਾਂ ਨੇ ਉਹ ਆਰਾ ਪਟਾਇਆ ਗੰਗਾ ਤੋਂ। ਫਿਰ ਜਦੋਂ ਉਹਨਾਂ ਦਾ ਇੱਥੇ ਰਾਜ ਹੋਇਆ ਕੁਝ ਸਮੇਂ ਲਈ, 100 ਸਾਲ ਲਈ, ਉਹਨਾਂ ਨੇ ਉਹ ਗੰਗਾ ਤੋਂ ਆਰਾ ਪਟਾਇਆ। ਜਦ ਬਾਹਮਣਾਂ ਨੂੰ ਪੁੱਛਿਆ ਵੀ ਇਹ ਕਾਹਦੇ ਵਾਸਤੇ ਲਾਇਆ ਹੈ, ਕਹਿੰਦੇ ਜਿਹੜਾ ਇੱਥੇ ਆ ਕੇ ਆਪਣਾ ਸਿਰ ਕਟਾ ਦੇਵੇ ਆਰੇ ਨਾਲ, ਸਿਰ ਕੱਟਿਆ ਗੰਗਾ 'ਚ ਬਹਾਤਾ, ਬੰਦਾ ਸਰੀਰ ਰੋੜ ਦਿੱਤਾ ਪਾਣੀ 'ਚ। ਬੜੇ ਲੋਕ ਮਾਰੇ ਉਸ ਆਰੇ ਦੇ ਨਾਲ ਵੀ ਇਹਨਾਂ ਲੋਕਾਂ ਨੇ। ਤਾਂ ਸਿਰ ਕਰਬਤ ਧਰਾਏ, ਮਨ ਕੀ ਮੈਲ ਨਾ ਉਤਰਿਆ, ਇਹ ਬਿਦ ਜੇ ਲਖ ਯਤਨ ਕਰਾਏ। ਹੈ ਵਰ ਗਹਿਬਰ ਬਹੁ ਬੇਦਾਨ ਦਾ ਤਾਰਾ, ਹਾਥੀ ਕੋੜੇ ਦਾਨ ਪੁੰਨ ਕਰ ਦੇਵੇ, ਸਭ ਕੁਝ ਦਾਨ ਕਰ ਦੇਵੇ। ਬਹੁਤ ਸਾਰੇ ਭੋਲੇ ਭਾਲੇ ਰਾਜੇ ਵੀ ਇਹਨਾਂ ਲੋਕਾਂ ਨੇ ਖਤਮ ਕੀਤੇ। ਕੋ ਸਤਨਾਮ ਸ੍ਰੀ। ਉਹਨਾਂ ਦਾ ਦਾਨ ਪੁੰਨ ਕੀਤਾ ਹੋਇਆ ਸੋਨਾ ਮਣਾ ਮੂੰਹੀ ਇਹਨਾਂ ਦੇ ਮੰਦਿਰਾਂ ਦੇ ਕੋਠਿਆਂ 'ਚ ਭਰਿਆ ਪਿਆ। ਤੋ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਨੂੰ ਮਿਲੇ ਤੋਂ ਬਗੈਰ, ਗਿਆਨ ਤੋਂ ਬਗੈਰ ਤਾਂ ਕੁਛ ਵੀ ਨਹੀਂ ਹੋਣਾਗਾ, ਤੇ ਗਿਆਨ ਗੁਰੂ ਤੋਂ ਬਗੈਰ ਨਹੀਂ ਮਿਲਣਾ। ਤੇ ਗੁਰੂ ਨਾਨਕ ਜੀ ਨੇ ਗਿਆਨ ਦੀ ਬਖਸ਼ਿਸ਼ ਹੀ ਕੀਤੀ ਹੈ। ਭਾਵੇਂ ਕਿ ਉਸ ਵੇਲੇ ਦੇ ਅਖੌਤੀ ਇਹਨਾਂ ਮੁਖੀ ਵਿਪਰਾ ਨੇ ਇਹ ਸੱਚ ਦੇ ਰਸਤੇ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਔਰ ਅੱਜ ਤੱਕ ਉਹਨਾਂ ਦੀ ਅੱਖ ਵਿੱਚ ਇਹ ਸੱਚ ਦਾ ਮਾਰਗ, ਗੁਰੂ ਨਾਨਕ ਦਾ ਮਾਰਗ, ਸਿੱਖ ਧਰਮ ਰੜਕਦਾ ਹੈ। ਕੋ ਸਤਨਾਮ, ਕੋਸ਼ਿਸ਼ ਕਰ ਰਹੇ ਹੈ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜੇ ਕੋਈ ਧਾਰਮਿਕ ਭੇਖ ਧਾਰਨ ਕਰਕੇ ਸਾਰੀ ਧਰਤੀ ਦਾ ਰਟਨ ਵੀ ਕਰ ਲਵੇ, ਬਹੁ ਭੇਖ ਕਰ ਭਰਮਾਈ ਹੈ, ਮਨ ਹਿਰਦੇ ਕਪਟ ਕਮਾਏ, ਪਰ ਅੰਦਰੋਂ ਛਲ ਫਰੇਬ ਨਹੀਂ ਛੱਡਦਾ, ਧੋਖਾ ਠੱਗੀ ਨਹੀਂ ਕਰਦਾ, ਜੀਵਾਂ ਨੂੰ ਦੁੱਖ ਦੇਣਾ ਬੰਦ ਨਹੀਂ ਕਰਦਾ। ਹਰ ਕਾ ਮਹਿਲ ਨਾ ਪਾਵੀ, ਉਹ ਕਦੇ ਵੀ ਹਰੀ ਦੇ ਨੇੜੇ ਨਹੀਂ ਪਹੁੰਚ ਸਕਦਾਗਾ। ਮਰ ਬਿਸ਼ਟਾ ਮਾਹੇ ਸਮਾਏ, ਔਰ ਮਰ ਕੇ ਉਹ ਨਰਕਾਂ ਦਾ ਕੀੜਾ ਬਣਦਾ। ਕਹੋ ਸਤਨਾਮ ਸ੍ਰੀ। ਤਾਂ ਤੇ ਮਨ ਰੇ ਗ੍ਰਹਿ ਮਾਹੇ ਉਦਾਸ। ਸਤਿਗੁਰੂ ਪਾਤਸ਼ਾਹ ਕਹਿੰਦੇ ਗ੍ਰਸਤੀ ਜੀਵਨ ਸਭ ਤੋਂ ਵੱਡਾ ਹੈ। ਤਾਂ ਇੱਕ ਜੋਗੀ ਪੰਥ ਚੱਲਿਆ ਗੋਰਖਨਾਥ ਵਰਗਿਆਂ ਦਾ, ਉਹਨਾਂ ਨੇ ਗੁਰੂ ਪਿਆਰਿਓ ਗ੍ਰਸਤੀ ਜੀਵਨ ਨੂੰ ਇੰਨਾ ਮਾੜਾ ਦੱਸਿਆ, ਕਹਿੰਦੇ ਗ੍ਰਸਤੀ ਜੀਵਨ ਦੇ ਵਿੱਚ ਤਾਂ ਰੱਬ ਪਾ ਹੀ ਨਹੀਂ ਸਕਦੇ। ਜਿਹੜਾ ਇਸਤਰੀ ਦਾ ਮੋਹ ਹੈ ਇਹ ਨਰਕਾਂ ਨੂੰ ਲੈ ਜਾਵੇਗਾ। ਤੁਸੀਂ ਘਰ-ਬਾਰ ਤਿਆਗ ਕੇ ਸਾਡੇ ਚੇਲੇ ਬਣੋ, ਸਵਾਹ ਮਲ ਕੇ ਬਗਲੀ ਚੱਕ ਕੇ ਮੰਗ ਕੇ ਖਾਓ, ਕੰਨ 'ਚ ਮੁੰਦਰਾਂ ਪਾਓ, ਤੁਹਾਨੂੰ ਰੱਬ ਮਿਲ ਜਾਵੇਗਾ। ਬਹੁਤ ਸਾਰੇ ਰਾਜੇ ਵੱਡੇ ਵੱਡੇ ਗੁਰੂ ਪਿਆਰਿਓ ਜਿਨ੍ਹਾਂ ਨੂੰ ਇਹਨਾਂ ਨੇ ਆਪਣੇ ਚੇਲੇ ਬਣਾਇਆ, ਜਿਸ ਤਰ੍ਹਾਂ ਪੀਪਾ ਭਗਤ ਹੋਇਆ, ਇਹਦਾ ਵੀ ਇੱਕ ਭਰਾ ਸੀ, ਉਹ ਰਾਜਾ ਸੀਗਾ, ਉਹ ਵੀ ਗੋਰਖਨਾਥ ਦਾ ਚੇਲਾ ਬਣ ਗਿਆ।
सब कुछ त्याग के ते जदों गोरखनाथ ने उसनूं अपना चेला मुन लिया, सिर घोण मोन करता, कन च मुंदरां पातियां, बगली चकाती, मंगण तोड़ता, मुड़ के वो राजा बड़ा पछताया बई मैं कित्थे आके फस गया, चंगा भला ऐश करदा सीगा, घर ही रब रब कर लेंदे को सतनाम राजे तो मंगता बनाता चक के इन्हां ने, पर फिर घरे मुड़न जोगा भी नहीं रहागा। सो इस तरह गुरु प्यारिओ भरथरी राजा होया, भरथरी ये पीपे भागे का भरा सी, को सतनाम श्री। तो इस करके सतगुरु पातशाह जी कहते गृहस्थी जीवन माड़ा नहीं है, गृहस्थी जीवन विच रहो, हसंदियां खिलंदियां पहनंदियां खावंदियां, विचे होवे मुक्त नानक सतगुर भेटिया, ऐसी होवे जुगत गुरु मिल जावे। फिर वो ऐसी जुगती बनाउंदा है कि गृहस्थी जीवन के फर्जां नूं निभाउंदियां होया, सच्चा सुच्चा जीवन बतीत करदियां होया तुसीं घरे ही परमेश्वर की प्राप्ति कर सकते हो। तो सतगुरां ने उन्हां जोगियां दे विषय ते शब्द उचारे आ जिहड़े कहंदे सी इस्त्री माड़ी है, ये नरकां नूं लै जांदी है। बाबा नानक जी कहंदे इहदे पेटों तां वड्डे वड्डे राजे ते खुद रब भी इहदे पेटों जन्म लैंदा। कोई अवतार जद आउंदा दुनिया विच, भंड जम्मी है भंड निमी है, भंड मंगण भी आहो, भंडो होवे दोस्ती भंडो चलै राहो, भंड मुआ भंड भाली है, भंड होवे बंधान, सो क्यों मंदा आखिया जित जम्मै राजान, भंडों ही भंड उपजै। इस्त्री तो अगे फिर इस्त्री पैदा हुंदी है, फिर उसकी कुख तो राजे महाराजे अवतार भगत परमेश्वर दे प्यारे भी जन्म लैंदे आ, को सतनाम सी। भंडों ही भंड उपजै भंडै बाझ ना कोए, और वो किहड़ा मनुख है जिहड़ा मां तो बगैर जम्मिया होवे। मां भी तो इस्त्री है, भैन भी इस्त्री है, घर वाली भी इस्त्री है, धी भी इस्त्री है। भंडै बाझ न कोई, नानक भंडै बाहरा एको सच्चा सोए। एक परमेश्वर है जिहड़ा अपने आप तो प्रगट होया है, बाकी सारे ही इस्त्री राही दुनिया च आए है। जिहड़े जोगी निंददे सी वो भी तो किसी मां के पेटों ही पैदा होए होणगे, को सतनाम श्री। तो सतगुरु नानक देव जी ने फिर इस विषय ते टोकना किया भी नहीं, इस्त्री माड़ी नहीं है। जिसनों उस वेले दे अखौटी मुखी ब्राह्मणा ने विपरा ने गुरु प्यारो पैर की जुत्ती घर की बलगण च रहन वाली केवल बच्चे पैदा करके पालन वाली ही समझिया सीगा, सतगुर ने उसनों मनुख के बराबरी का हक दिता है। आ जिहड़ियां रखड़ियां बन्नणियां वर्त रखने आदि ये सारे इस्त्री नूं क्यों दिते गए, बई ये कमजोर रहे दुबेल रहे, इहदा दिमाग जिहड़ा खुले ना कदे भी, ये समझे कि मेरी रक्षा जिहड़ा मेरा भरा करूगा, मेरा पति करूगा, मैं तो बहुत कमजोर हाँ, को सतनाम। पर धन गुरु गोबिंद सिंह मान ने अमृत छका के गुरु नानक देव महाराज ने अनेकों तरह के चढ़ती कला के पॉजिटिव वचन उचारण करके इन्हां नूं भी उच्चा चुकिया, को सतनाम। दसिया भी नहीं इहदे बिना भी संसार नहीं है। अगर मां ना होवे तो संसार सारा खत्म हो जाएगा, चाहे वह मां पंछियां विच है, चाहे मनुखां विच है, चाहे पशुआं विच है। तो इस्त्री बिना संसार नहीं है। कबीर साहब जी भी इस विषय ते कहंदे ग्रह शोभा जा कह रे नाहे, आवत पईया खुदै जाहे। जे घर विच इस्त्री ना होवे ते आउण वाले परौणे भुखे जांदे आ, को सतनाम। घर दी इस्त्री कुछ समय वास्ते बीमार पै जावे ते परिवार नूं रोटियां तां लाले पै जांदे है। पता हो लगदा फिर कि मां दी किन्नी लोड़ है, इस्त्री दी किन्नी लोड़ है, जदों ओह प्रशादा ना बनावे, को सतनाम सिंह। भाव गुरु साहब ने बड़ी लंबी चौड़ी दिव्य दृष्टि के नाल सानूं दसना कीता है कि गृहस्थी जीवन माड़ा नहीं है। मन रे ग्रही माहे उदास, अपने घर विच रह के ही तू परमेश्वर नूं पा सकदा है। संसार दे विचों बिरती तोड़ के घर विच रहिंदे आ, गृहस्थी जीवन के फर्जां नूं निभाउंदे आ, परमेश्वर नूं पा सकदा है। ग्रही माहे उदास, संजम करनी सो करे, गुरमुख होए परगास। उन्हां नूं गुरु की कृपा के नाल ज्ञान हो जाता है, प्रकाश भाव ज्ञान हो जाता है। जिहड़े गृहस्थी जीवन च रहिंदे सच्चा सुच्चा संजम सबर संतोख नाल, संजम रखना भाव दसा नौहां की किरत करनी, उहदे नाल जो सच्ची सुच्ची किरत प्राप्त हुई है, आप छकना ते बच्चिआं नूं छकाउणा, और भुखे लोड़वंदां दी मदद भी करनी, भुखे नूं प्रशादा भी छकाउणा। उस दे अंदर ही परमेश्वर का प्रकाश हो सकता है। वरना कोई गृहस्थी जीवन त्याग के
ਸਾਰੀ ਦੁਨੀਆ ਦਾ ਚੱਕਰ ਵੀ ਲਾ ਲਵੇ, ਉਹ ਕਦੇ ਵੀ ਪ੍ਰਵਾਨ ਨਹੀਂ ਹੁੰਦਾ ਪਰਮੇਸ਼ਰ ਦੇ ਦਰ ਤੇ, ਉਹਨੂੰ ਕਦੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਰਹਾਉ। ਫਿਰ ਸਾਧ ਰਾਮ ਉਹ ਕਹਿਣ ਲੱਗਿਆ, ਮਹਾਰਾਜ ਫਿਰ ਤੁਸੀਂ ਦੱਸੋ ਕੀ ਕਰੀਏ। ਆਇਆ ਤਾਂ ਬੜਾ ਗੁਰੂ ਪਿਆਰਿਓ ਮਾਨ ਦੇ ਨਾਲ ਸੀ ਪਾਤਸ਼ਾਹ ਜੀ ਦੇ ਕੋਲ। ਮੈਂ ਜੀ ਮਣੀਕਰਨ ਦੀ ਯਾਤਰਾ ਕਰਕੇ ਆਇਆ, ਉੱਥੇ ਤਾਂ ਬੜਾ ਹੀ ਮਹਾਨ ਤੀਰਥ ਹੈ। ਬਾਬਾ ਜੀ ਕਹਿੰਦੇ ਗੁਰੂ ਤੋਂ ਬਗੈਰ ਕੁਛ ਵੀ ਨਹੀਂ ਹੈ। ਕਹੋ ਸਤਨਾਮ। ਤੀਰਥ ਵੀ ਤਾਂ ਹੀ ਸਾਨੂੰ ਰਸਤਾ ਦੇਣਗੇ ਜੇ ਅਸੀਂ ਗੁਰੂ ਤੋਂ ਪੁੱਛਿਆ ਹੋਵੇਗਾ। ਆ ਫਕੀਰ ਬੁੱਲੇ ਸ਼ਾਹ ਨੂੰ ਕਿਤਨਾ ਹੀ ਸਮਾਂ ਕੋਈ ਗਿਆਨ ਨਾ ਹੋਇਆ, ਇਹ ਗੁਰੂ ਲੱਭਦਾ ਰਿਹਾ। ਤੇ ਗੁਰੂ ਲੱਭਦਾ ਇੱਕ ਦਿਨ ਦਿੱਲੀ ਦੇ ਇਲਾਕੇ ਵਿੱਚ ਕਿਤੇ ਖੇਤਾਂ ਵਿੱਚ ਪਹੁੰਚਿਆ, ਤੁਰਿਆ ਜਾ ਰਿਹਾ। ਰਸਤੇ ਵਿੱਚ ਇੱਕ ਫਕੀਰ ਰਹਿੰਦਾ, ਉਹ ਫਕੀਰ ਦੇ ਕੋਲ ਪਹੁੰਚ ਗਿਆ। ਉਹ ਫਕੀਰ ਗ੍ਰਸਤੀ ਸੀ, ਖੇਤੀਬਾੜੀ ਵੀ ਕਰਦਾ ਸੀ ਔਰ ਖੇਤਾਂ ਦੇ ਵਿੱਚ ਉਹ ਗੰਢੇ ਲਾ ਰਿਹਾ ਸੀ। ਤੇ ਬੁੱਲੇ ਸ਼ਾਹ ਦੇ ਕੋਲ ਰਿੱਧੀਆਂ ਸਿੱਧੀਆਂ ਤਾਂ ਸੀਗੀਆਂ ਪਰ ਗਿਆਨ ਨਹੀਂ ਸੀਗਾ। ਇਹ ਜਾ ਕੇ ਖੜ ਗਿਆ ਤੇ ਉਸ ਨੇ ਧਿਆਨ ਨਾ ਦਿੱਤਾ ਫਕੀਰ ਨੇ। ਫਕੀਰ ਮੌਜ ਦੇ ਮਾਲਕ ਹੁੰਦੇ ਆ। ਤਾਂ ਉਹਦੇ ਖੇਤ ਵਿੱਚ ਇੱਕ ਅੰਬ ਦਾ ਦਰਖਤ ਲੱਗਿਆ ਸੀ। ਇਸ ਨੇ ਨਿਗਾਹ ਦੇ ਨਾਲ ਹੀ ਇੱਕ ਅੰਬ ਤੋੜ ਕੇ ਥੱਲੇ ਸਿੱਟ ਦਿੱਤਾ। ਖੜਕਾ ਹੋਇਆ, ਫਕੀਰ ਝਾਕਿਆ। ਉਹ ਕਹਿਣ ਲੱਗਿਆ ਰਿੱਧੀਆਂ ਸਿੰਧੀਆਂ ਨਾਲ ਅੰਬ ਤੋੜ ਹੀ ਸਕਦਾ, ਤੇ ਹੁਣ ਜੋੜ ਕੇ ਦਿਖਾਏ ਦੇ ਨਾਲ ਵਾਪਸ। ਕਹੋ ਸਤਨਾਮ। ਬੁੱਲੇ ਸ਼ਾਹ ਨੂੰ ਕਹਿੰਦਾ ਜੋੜ ਕੇ ਦਿਖਾ। ਹੁਣ ਅਸੀਂ ਤੋੜ ਤਾਂ ਸਕਦੇ ਹਾਂ, ਜੋੜਨਾ ਨਹੀਂ ਸਕਦੇ। ਇਹ ਜੋੜ ਗੁਰੂ ਹੀ ਸਕਦਾ ਹੈ, ਪਰਮੇਸ਼ਰ ਹੀ ਜੋੜ ਸਕਦਾ ਹੈ। ਤਾਂ ਗੁਰੂ ਪਿਆਰਿਓ ਬੁੱਲੇ ਸ਼ਾਹ ਫਕੀਰ ਦੇ ਪੈਰੀ ਪੈ ਗਿਆ। ਕਹਿੰਦਾ ਮਹਾਰਾਜ ਮੈਂ ਤਾਂ ਗੁਰੂ ਧਾਰਨ ਵਾਸਤੇ ਆਇਆ ਸੀਗਾ, ਮੈਨੂੰ ਕੋਈ ਗੁਰਮਤ ਦਿਓ, ਕੋਈ ਜੁਗਤ ਬਖਸ਼ੋ, ਪਰਮੇਸ਼ਰ ਨੂੰ ਕਿਵੇਂ ਪਾਈ। ਤੇ ਉਹ ਫਕੀਰ ਨੋਰਮਲ ਹੋ ਕੇ ਕਹਿਣ ਲੱਗਿਆ ਰੱਬ ਦਾ ਕੀ ਪਾਉਣਾ ਬੁੱਲਿਆ, ਇੱਧਰੋਂ ਪਟਣਾ ਇੱਧਰ ਲਾਉਣਾ। ਕਹੋ ਸਤਨਾਮ। ਵੀ ਸੋਚਿਆ ਵੀ ਇਹ ਪਨੀਰੀ ਪੱਟ ਕੇ ਲਾਈ ਜਾਂਦਾ, ਹਜੇ ਵੀ ਮੇਰੀ ਗੱਲ ਵੱਲ ਧਿਆਨ ਨਹੀਂ ਦਿੱਤਾ ਇਸਨੇ। ਕਹੋ ਸਤਨਾਮ ਸੀ। ਇਹ ਕਹਿੰਦਾ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਇੱਧਰ ਲਾਉਣਾ। ਪਰ ਫਿਰ ਉਹਨੂੰ ਚੰਗੀ ਤਰ੍ਹਾਂ ਸਮਝਾਇਆ, ਸੰਗਤ ਕੀਤੀ ਬੁੱਲੇ ਸ਼ਾਹ ਨੇ ਉਹ ਫਕੀਰ ਦੀ, ਤੇ ਉਹਨੂੰ ਗਿਆਨ ਹੋ ਗਿਆ। ਗਿਆਨ ਹੋਣ ਦਾ ਮਤਲਬ ਸੀਗਾ ਕਿ ਉਹਨੂੰ ਪਤਾ ਲੱਗਿਆ ਕਿ ਥੋੜਾ ਧਿਆਨ ਸੰਸਾਰ ਤੋਂ ਖਿੱਚ ਕੇ ਆਪਣੇ ਆਪੇ ਨਾਲ ਜੋੜਨਾ, ਤੇਰੇ ਅੰਦਰ ਹੀ ਪਰਮੇਸ਼ਰ ਦਾ ਵਾਸ ਹੈ। ਪੂਰਨ ਗਿਆਨ ਹੋ ਗਿਆ। ਬੁੱਲੇ ਸ਼ਾਹ ਬਹੁਤ ਤਕੜਾ ਫਕੀਰ ਹੋਇਆ, ਅੱਗੇ ਚੱਲ ਕੇ ਸੂਫੀ ਫਕੀਰ ਹੋਇਆ। ਜਿਹੜੀ ਇਹਨੂੰ ਇਸ ਦੇ ਗੁਰੂ ਨੇ ਗੱਲ ਦੱਸੀ ਸੀ, ਜਦੋਂ ਵਾਪਸ ਘਰੇ ਗਿਆ ਤਾਂ ਘਰੇ ਗ੍ਰੰਥ ਪਏ ਸਨ ਧਾਰਮਿਕ। ਉਹ ਸਾਰੇ ਗ੍ਰੰਥ ਪੜ੍ਹੇ, ਜਦ ਸਾਰਿਆਂ ਵਿੱਚੋਂ ਉਹੀ ਗੱਲ ਸਾਹਮਣੇ ਆਈ ਜਾਵੇ, ਲੈ ਆ ਵੀ ਲਿਖਿਆ ਪਿਆ ਯਾਰ ਗੁਰੂ ਦੇ ਵੱਲੋਂ। ਜਿਹੜੀ ਮੈਨੂੰ ਗੁਰੂ ਨੇ ਗੱਲ ਦੱਸੀ ਉਹ ਤਾਂ ਇੱਥੇ ਵੀ ਲਿਖੀ ਪਈ ਆ, ਇਸ ਕਿਤਾਬ ਵਿੱਚ ਵੀ ਲਿਖੀ ਪਈ ਆ, ਇਸ ਗ੍ਰੰਥ ਵਿੱਚ ਵੀ ਪਈ ਆ। ਇਹਦਾ ਮਤਲਬ ਕਹਿੰਦਾ ਮੇਰੇ ਗ੍ਰੰਥ ਚੋਰ ਹੈ, ਇਹਨਾਂ ਨੇ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਭਾਵ ਉਸ ਬੁੱਲੇ ਸ਼ਾਹ ਨੇ ਗ੍ਰੰਥਾਂ ਦਾ ਸਤਿਕਾਰ ਛੱਡਤਾ। ਲਿਖਣ ਵਾਲੇ ਤਾਂ ਇਹ ਲਿਖਦੇ ਹੈ ਕਿ ਉਹ ਪਲੰਘੇ ਤੇ ਬੈਠ ਗਿਆ, ਗ੍ਰੰਥ ਥੱਲੇ ਪਏ ਰਹਿੰਦੇ। ਤੇ ਇੱਕ ਦਿਨ ਕਿਤੇ ਉਹਦਾ ਗੁਰੂ ਚਲਿਆ ਗਿਆ ਉਹਦੇ ਕੋਲ। ਉਹਨੇ ਵੇਖਿਆ ਕਿ ਆਪ ਤਾਂ ਬੁੱਲਾ ਮੰਜੇ ਤੇ ਬੈਠਾ ਹੈ ਤੇ ਗ੍ਰੰਥ ਹੇਠਾਂ ਪਏ ਨੇ। ਉਹ ਕਹਿੰਦਾ ਬੁੱਲਿਆ ਆ ਕੀ, ਇਹ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਇਹਨਾਂ ਨੂੰ ਸਤਿਕਾਰ ਨਾਲ ਕਿਉਂ ਰੱਖਿਆ ਉੱਚੇ ਥਾਂ ਤੇ। ਕਹਿਣ ਲੱਗਿਆ ਬੁੱਲਾ ਇਹ ਕਹਿੰਦਾ ਮੇਰੇ ਚੋਰ ਆ। ਕਹਿੰਦੇ ਤੇਰੇ ਚੋਰ ਕਿਵੇਂ ਹੋਏ ਇਹ। ਕਹਿੰਦੇ ਜਿਹੜੀ ਤੁਸੀਂ ਗੱਲ ਦੱਸੀ ਉਹ ਸਾਰੇ ਗ੍ਰੰਥਾਂ 'ਚ ਲਿਖੀ ਪਈ ਹੈ। ਕਹਿੰਦੇ ਫਿਰ ਇਹ ਚੋਰ ਨਹੀਂ, ਤੇਰੀ ਮੱਤ ਨੇ ਪਹਿਲਾਂ ਗੱਲ ਨਹੀਂ ਫੜੀ। ਕਹੋ ਸਤਨਾਮ ਸ੍ਰੀ। ਇਹਦਾ ਗ੍ਰੰਥ ਉਦੋਂ ਵੀ ਕਹਿੰਦੇ ਸੀਗੇ ਵੇਦ ਗ੍ਰੰਥ ਗੁਰ ਹੱਟ ਹੈ, ਤਿਸ ਲਗ ਭਵਜਲ ਪਾਰ ਉਤਾਰਾ। ਇਹਨਾਂ ਵੇਦਾਂ ਗ੍ਰੰਥਾਂ ਦੇ ਵਿੱਚ ਉਹ ਸੱਚ ਦੀ ਗੱਲ ਲਿਖੀ ਹੋਈ ਹੈ, ਪਰ ਗੁਰੂ ਦੇ ਦੱਸੇ ਬਿਨਾਂ ਸਮਝ ਨਹੀਂ ਆਉਂਦੀ। ਭਾਵ ਗੁਰੂ ਵਾਲੇ ਬਣੇ ਬਿਨਾਂ ਗੁਰਬਾਣੀ ਵੀ ਰਾਹ ਨਹੀਂ ਦਿੰਦੀ, ਤੀਰਥ ਵੀ ਰਸਤਾ ਨਹੀਂ ਦਿੰਦੇ। ਕਹੋ ਸਤਨਾਮ ਸ੍ਰੀ। ਤਾਂ ਤੇ ਗੁਰੂ ਕਿਰਪਾ ਕਰਨ। ਮੇਰੇ ਪ੍ਰੀਤਮ ਜੀ ਕਹਿੰਦੇ ਜਿੰਨਾ ਚਿਰ ਅਸੀਂ ਗੁਰੂ ਨੂੰ ਪੁੱਛਦੇ ਨਹੀਂ, ਭਾਵ ਗੁਰੂ ਵਾਲੇ ਬਣਦੇ ਨਹੀਂ, ਉਹਨਾਂ ਚਿਰ ਸਮਝ ਨਹੀਂ ਆਉਣੀ। ਗ੍ਰਸਤੀ ਜੀਵਨ 'ਚ ਰਹੋ ਜਾਂ ਜੋਗੀ ਰਹੋ, ਜਾਂ ਤੁਸੀਂ ਬੇਗ੍ਰਸਤੀ ਰਹੋ ਜਾਂ ਸਾਧ ਬਣ ਜਾਓ, ਪਰ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ। ਗ੍ਰਸਤੀ ਜੀਵਨ ਦੇ ਵਿੱਚੋਂ ਬਾਕੀ ਚਾਰੇ ਆਸ਼ਰਮ ਨਿਕਲਦੇ ਹਨ, ਇਸ ਕਰਕੇ ਗ੍ਰਸਤੀ ਆਸ਼ਰਮ 'ਚੋਂ ਨਿਕਲਦੇ ਹਨ ਤੇ ਗ੍ਰਸਤੀ ਹੀ ਇਹਨਾਂ ਨੂੰ ਪਾਲਦਾ। ਡਾਲੀ ਲੈਣ ਸਾਰੇ ਗ੍ਰਸਤੀਆਂ ਕੋਲੇ ਜਾਂਦੇ ਆ। ਕਹੋ ਸਤਨਾਮ ਸ੍ਰੀ। ਚਾਹੇ ਜੋਗੀ ਡਾਲੀ ਕਰਦੇ ਆ, ਚਾਹੇ ਸਾਧ ਡਾਲੀ ਕਰਦੇ ਆ, ਚਾਹੇ ਅਸੀਂ ਗੁਰੂ ਘਰ ਵੱਲ ਡਾਲੀ ਕਰਦੇ ਆ, ਤੇ ਪ੍ਰਸ਼ਾਦਾ ਅਸੀਂ ਗ੍ਰਸਤੀ ਦੇ ਕੋਲੋਂ ਲੈ ਕੇ ਆਉਂਦੇ ਆ। ਕਹੋ ਸਤਨਾਮ ਸ੍ਰੀ। ਤਾਂ ਫਿਰ ਕਿਹੜਾ ਆਸ਼ਰਮ ਵੱਡਾ ਹੋਇਆ ਬਈ।
तो बाबा जी कहते घर विच रह के परमेश्वर नूं पाया जा सकता है। सत संजम करनी सो करे, गुरमुख होए प्रगास रहाओ, गुर कै शब्द मत जीतिया। गुरु तो ज्ञान लैके इस मन के उत्ते कंट्रोल किया जाए, काबू पाया जाए, इनू जितिया जाए। मन जीते जग जीत, गुर कै शब्द मन जीतिया। गत मुक्त घरै मैं पाए, हर का नाम धियाई है, सतसंगत मेल मिलाए। सच दे नाल संगत करो। सतसंग का मतलब जिथे सच की गल हो रही है, सच का मतलब सच हुंदा है। जिथे सही गल हो रही है, सच की गल हो रही है, उत्थे जाओ। जिथे कर्मकांड पखंड है, उत्थे जाण का कोई फायदा नहीं। जिथे विषय वकार है, तुहानूं उत्थों भी कुछ नहीं लभना, तुहाडी जिंदगी बर्बाद हो सकती है। अगली पंक्ति यही कहती है, लख 6 लख इस्त्रियां भोग करे, नवखंड राज कमाहे। जे कोई कहे कि मैं 9 खंड धरती का राजा हाँ और उस दियां बहुत सारिया इस्त्रियां होण और ऐशो ईश्वर में जीवन बतीत करे, पर गुरमत अनुसार नहीं चलता, तब बिन सतगुर सुख न पावी। फिर जोनी पाहे, टेढ़ियां जूना में जमदा मरदा रहेगा। फिर कहो सतनाम श्री। इसे बचन नूं जपजी साहिब दे विच भी इदां कहा पातशाह जी ने, जे जुग चारे आरजा होर दसूनी होए। जे कोई आप तो 100 साल की उम्र रखते हैं ना, पातशाह कहने जे किसी की 4 जुगां जिन्नी उम्र हो जाए, आप कहने आ भी थोड़ी उम्र मिली यार होर मिल जाती, बाबा जी कहने फिर की कर लेंदे। जे 4 जुगां जिन्नी उम्र भी दे दिए फिर की कर लेगा। जे होर 10 गुणा कर दिए 40 जुग जिउंदा रहे फिर की कर लेगा। जब गुरु वाला तो बनना नहीं, फिर भावें साल का मर जा भावें 100 साल का मर जा, एको ही गल है। कोई सतनाम श्री। तेरे नालों तो भगत चंगे है। राम जपो जी ऐसे ऐसे, ध्रुव प्रहलाद जप्यो हर जैसे, जिन्हों ने छोटी उम्र में परमेश्वर नूं पा लिया। जे जुग चारे आरजा होर दसूनी होए, 9 खंडां विच सारी धरती ते लोक उहनूं जाणदे होण। 9 खंडां में जाणिया नाल चलै सब कोई, सारी दुनिया उहदी गल सुणदी मनदी होवे। चंगा नौर खाए कै जस कीत जग ले, दुनिया वडियाई भी करदी होवे। पर जे तिस नज़र ना आवी, जे गुरु की नज़र हेठा नहीं आउंदा, बात ना पुछे कि फिर कहते उसकी कोई जिंदगी नहीं है। क्या सुल्तान सलाम भी होना, वो राजा जी नूं कोई नमस्कार ना करे, वो कादा राजा। जिस तरह महाराजा रणजीत सिंह जी नूं जद अकाली फूला सिंह ने अमृतसर साहिब तलबिया, अकाल तख्त ते तलबिया, बई तू लाहौर दे विच एक मोरा नाम की नाची नूं, मोरा राम की इस्त्री नूं तू अपने सवारी ते अपने हाथी ते क्यों बिठा के गेड़ा दिता। को सतनाम। ये सिੱਖੀ दा, ये सिੱਖਾਂ दा मजाक नहीं हैगा। तू एक बेसवा नूं अपने नाल हाथी ते क्यों बिठाया। आके इत्थे स्पष्टीकरण दे ते काफ़ी समा रणजीत सिंह गया। जदों ना गया तो अकाली फूला सिंह जी ने दूजा हुक्म भेजता, सारी संगत नूं बई किसी ने भी राजे रणजीत सिंह नूं नमस्कार फतेह नहीं बुलाउणी। को सतनाम। कोई हथ बन के नमस्कार करदा सी, गुरसिख फतेह बुलाउंदे सी, मुसलमान सलाम करदे सी। उस वेले देखो अकाल तख्त साहिब दा हुक्मनामा सुन के उस दे छोटे तो छोटे सिपाही तो लैके बड़े तो बड़े अफसरां तक राजे नूं नमस्कार करनी, फतेह बुलाउणी बंद करती। को सतनाम। उदां ही खड़े रहंदे, सीधे ड्यूटियां करी गए, पर राजा जिथों टपदा कोई इनू सत श्री अकाल ना करदा। को सतनाम श्री। अखीर पशेमान हो गया भी क्या सुल्तान सलाम भी होना, वो कादा राजा जी दुनिया झुके ना उहदे सामने, ते वो कादा हिरदा जिहदे विच हरि दा नाम ना होवे। अंधी कोठी तेरा नाम नहीं, वो हनेरे घर वर्गा शरीर है जिहदे विच गुरु दा बख्शिया नाम नहीं हैगा। अखीर रणजीत सिंह नूं श्री अकाल तख्त साहिब पहुँच के स्पष्टीकरण देना पिया, ते अकाली फूला सिंह जहेदार साहब ने सजा सुनाई बई इस नूं 5 कोड़े लाए जाण संगत दे विच। कहो सतनाम। फिर माफ़ी मिलूगी। और उन्होंने कहा भी कोड़ियां वास्ते तैयार हो जा,
ਡਿਉੜੀ ਦਰਸ਼ਨੀ ਡਿਉੜੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਬੇਰੀ ਦੇ ਕੋਲ ਇਸ ਨੂੰ ਲਿਆਂਦਾ ਗਿਆ ਤੇ ਇਸ ਦਾ ਚੋਲਾ ਲਵਾ ਕਰਕੇ ਕੋੜੇ ਮਾਰਨ ਲਈ ਤਿਆਰ ਕੀਤਾ ਗਿਆ, ਬੰਦਾ ਜਿਹੜਾ ਕੋੜੇ ਮਾਰੇ। ਔਰ ਇਸ ਨੂੰ ਬੇਰੀ ਦੇ ਕੋਲ ਲਿਆਂਦਾ ਗਿਆ, ਬੰਨਣ ਲੱਗੇ ਤੇ ਫਿਰ ਸੰਗਤਾਂ ਨੇ ਹੱਥ ਬੰਨ੍ਹ ਕੇ ਮਾਫ ਦਵਾਈ ਵੀ ਕੋਈ ਨਹੀਂ ਮਹਾਰਾਜ ਜਥੇਦਾਰ ਸਾਹਿਬ ਉਹਨੂੰ ਬਖਸ਼ ਦਿਓ, ਕਿਉਂਕਿ ਇਹ ਤਿਆਰ ਹੈ ਕੋੜੇ ਖਾਣ ਨੂੰ, ਕੋੜਿਆਂ ਵਾਲਾ ਤਿਆਰ ਹੈ, ਕੋੜੇ ਵੱਜ ਜਾਣਗੇ, ਪਰ ਇਹਨੇ ਆ ਕੇ ਮਾਫੀ ਮੰਗ ਲਈ ਆ, ਹੁਣ ਇਹਨੂੰ ਛੱਡ ਦਿਓ, ਕਿਰਪਾ ਕਰਕੇ ਕੋੜੇ ਨਾ ਮਾਰੋ। ਕਹੋ ਸਤਨਾਮ। ਫਿਰ ਵੀ ਰਾਜਾ ਚਲੋ ਖੈਰ ਉਸਨੇ ਉੱਥੇ ਆ ਕੇ ਪਛਤਾਤਾਪ ਤਾਂ ਕੀਤਾ ਨਾ, ਮਾਫੀ ਤਾਂ ਮੰਗੀ ਨਾ, ਤੇ ਗੁਰੂ ਘਰ ਵੱਲੋਂ ਉਸ ਨੂੰ ਜੋ ਵੀ ਸਜ਼ਾ ਲਾਈ ਗਈ ਉਸ ਵੇਲੇ ਉਹਦੇ ਖਜ਼ਾਨੇ ਦੇ ਵਿੱਚੋਂ ਰੋਜ਼ਾਨਾ ਫਿਰ ਕੜਾਹ ਪ੍ਰਸ਼ਾਦ ਹੋਣ ਲੱਗਿਆ। ਤੇ ਉਸ ਤੋਂ ਬਾਅਦ ਜਿਹੜਾ ਕੜਾਹ ਪ੍ਰਸ਼ਾਦ ਵੀ ਉਹਦੇ ਖਜ਼ਾਨੇ 'ਚੋਂ ਬੰਦ ਕਰ ਦਿੱਤਾ ਗਿਆ ਸੀਗਾ ਵੀ ਅੱਜ ਤੋਂ ਬਾਅਦ ਰਾਜਾ ਰਣਜੀਤ ਸਿੰਘ ਦੀ ਖਜ਼ਾਨੇ ਦੇ ਪੈਸੇ ਦੀ ਦੇਗ ਨਹੀਂ ਬਣੂਗੀ ਰਾਮਦਾਸ ਜੀ ਦੇ ਸਥਾਨ 'ਤੇ। ਕਹੋ ਸਤਨਾਮ। ਉਹ ਵੀ ਬੰਦ ਕਰ ਦਿੱਤੀ ਗਈ ਸੀ। ਤਾਂ ਕਹਿਣ ਤੋਂ ਭਾਵ ਹੈ ਕਿ ਜਿੰਨਾ ਚਿਰ ਅਸੀਂ ਗੁਰੂ ਨੂੰ ਨਹੀਂ ਮਿਲਦੇ, ਭਾਵੇਂ ਅਸੀਂ ਕਿੱਡੇ ਵੀ ਵੱਡੇ ਹੋ ਜਾਈਏ, ਰਾਜਿਆਂ ਦੀਆਂ ਬੜੀਆਂ ਰਾਣੀਆਂ ਹੁੰਦੀਆਂ। ਜੇ ਲੱਖ ਇਸਤਰੀਆਂ ਭੋਗ ਕਰੇ, ਜੇ ਲੱਖਾਂ ਰਾਣੀਆਂ ਹੋਣ, ਨੌਖੜ ਧਰਤੀ ਦਾ ਰਾਜਾ ਹੋਵੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਪਰਮੇਸ਼ਰ ਤਾਂ ਬੜਾ ਵਿਸ਼ਾਲ ਹੈ, ਗੁਰੂ ਬੜਾ ਵਿਸ਼ਾਲ ਹੈ। ਨਾਨਕ ਨਿਰਗੁਣ ਗੁਣ ਕਰੇ, ਉਹ ਤਾਂ ਔਗੁਣ ਹਾਰਿਆਂ ਤੇ ਵੀ ਗੁਣ ਕਰਨ ਨੂੰ ਤਿਆਰ ਹੈ। ਕੋਈ ਆਵੇ ਤਾਂ ਸਹੀ, ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਇਹ ਬਿਰਧ ਸੁਆਮੀ ਸੰਦਾ, ਇਹਦਾ ਸੁਭਾਅ ਐਸਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਜਿਨ੍ਹਾਂ ਵਿੱਚ ਗੁਣ ਹੈ ਉਹ ਵੀ ਇੱਥੇ ਆ ਕੇ ਝੁਕਦੇ ਰਹਿਣ, ਉਹਨਾਂ ਦੇ ਗੁਣ ਨੂੰ ਹੋਰ ਵੀ ਵਧਾ ਦਿੰਦਾ। ਕਹੋ ਸਤਨਾਮ ਸ੍ਰੀ। ਗੁਣ ਚਾਹੇ ਕੀਰਤਨ ਦਾ, ਚਾਹੇ ਕਥਾ ਦਾ, ਚਾਹੇ ਬਾਣੀ ਦਾ, ਚਾਹੇ ਸੰਸਾਰੀ ਤੌਰ ਦੇ ਗੁਣ, ਜਿਹੜਾ ਗੁਰੂ ਦੇ ਅੱਗੇ ਆ ਕੇ ਝੁਕਦਾ ਹੈ, ਗੁਰੂ ਉਹਦੇ ਗੁਣ ਵਿੱਚ ਹੋਰ ਵੀ ਵਾਧਾ ਕਰਦਾ ਹੈ। ਕਹੋ ਸਤਨਾਮ ਸ੍ਰੀ। ਮੇਰੇ ਪ੍ਰੀਤਮ ਜੀ ਕਹਿੰਦੇ, ਜੇ ਲੱਖ ਇਸਤਰੀਆਂ ਭੋਗ ਕਰੇ, ਨਵਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨ ਪਾਵਈ, ਫਿਰ ਜੋਨੀ ਪਾਹੇ, ਹਰ ਹਾਰ ਕੰਠ ਜਿਨੀ ਪਹਿਰਿਆ। ਜਿਨ੍ਹਾਂ ਨੇ ਆਪਣੇ ਗਲੇ ਦੇ ਵਿੱਚ ਹਰੀ ਦੇ ਨਾਮ ਦਾ ਹਾਰ ਪਾ ਲਿਆ। ਕਿਸ ਤਰ੍ਹਾਂ? ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਨੇ ਇਹਨੂੰ ਹਾਰ ਦੀ ਤਰ੍ਹਾਂ ਬਣਾ ਲਿਆ, ਮਾਲਾ ਦੀ ਤਰ੍ਹਾਂ ਬਣਾ ਲਿਆ। ਭਾਵ ਜਿਨ੍ਹਾਂ ਸਾਸ ਗਿਰਾਸ ਨ ਬਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ, ਉਹ ਰੱਬ ਦੇ ਪਿਆਰੇ ਹੋ ਗਏ। ਕਹੋ ਸਤਨਾਮ। ਜਿਨ੍ਹਾਂ ਨੇ ਗਲੇ ਦੇ ਵਿੱਚ, ਗਲੇ ਦੇ ਬਾਹਰਲੇ ਪਾਸੇ ਨਹੀਂ, ਗਲੇ ਦੇ ਅੰਦਰਲੇ ਪਾਸੇ ਵਾਹਿਗੁਰੂ ਮੰਤਰ ਦਾ ਜਾਪ ਚਲਾ ਲਿਆ, ਮਾਲਾ ਦੀ ਨਿਆਈ, ਹਾਰ ਦੀ ਨਿਆਈ, ਹਰ ਹਾਰ ਕੰਠ ਜਿਨੀ ਪਹਿਰਿਆ, ਗੁਰ ਚਰਨੀ ਚਿਤ ਲਾਏ। ਪਰ ਇਹ ਹਾਰ ਚੱਲਦਾ ਗੁਰੂ ਦੀ ਕਿਰਪਾ ਨਾਲ ਹੀ। ਭਾਵ ਇਹ ਮੰਤਰ ਚੱਲਦਾ ਗੁਰੂ ਦੀ ਕਿਰਪਾ ਨਾਲ ਹੀ, ਗੁਰੂ ਕਿਰਪਾ ਕਰਕੇ ਚਲਾਉਂਦਾ। ਬਸ ਫਿਰ ਚੱਲ ਪਵੇ ਤੇ ਫਿਰ ਬਹਿੰਦੇ ਆ, ਉੱਠਦੇ ਆ, ਸੁੱਤੇ ਆ, ਜਾਗਦੇ ਆ, ਚੱਲਦਾ ਹੈ। ਜਿਸ ਅਵਸਥਾ ਤੇ ਜਾ ਕੇ ਕਬੀਰ ਸਾਹਿਬ ਜੀ ਕਹਿੰਦੇ ਹਨ, ਇੱਕ ਪਹਿਲੀ ਅਵਸਥਾ ਦੱਸੀ ਉਹਨਾਂ ਨੇ, ਸ਼ਲੋਕਾਂ ਨੂੰ ਆਰੰਭ ਕਰਦੇ ਆ। ਕਬੀਰਾ ਮੇਰੀ ਸਿਮਰਨੀ ਰਸਨਾ ਉਪਰ ਰਾਮ। ਮੇਰੀ ਜਿਹੜੀ ਮਾਲਾ ਹੈ ਉਹ ਮੇਰੀ ਜੀਭਾ ਤੇ ਰਾਮ ਰਾਮ ਹੈ। ਉਹ ਰਾਮ ਰਾਮ ਜਪਦੇ ਸੀ, ਪਰਮੇਸ਼ਰ ਦੇ ਬੇਅੰਤ ਨਾਮ ਹਨ। ਪਰ ਉਹ ਰਾਮ ਜਿਹੜਾ ਸਾਰੇ ਸਮਾਇਆ ਹੋਇਆ, ਅਯੁੱਧਿਆ ਵਾਲਾ ਰਾਮ ਨਹੀਂ ਹੈ ਇਹ। ਉਹ ਇੱਕ ਰਾਜਾ ਸੀਗਾ, ਉਹਦੇ ਵਾਲੇ ਸ਼ਪਾਸ਼ਲ ਲਿਖਿਆ ਹੋਇਆ ਬਾਣੀ ਵਿੱਚ, ਰੋਵੈ ਰਾਮ ਨਿਕਾਲਾ ਭਇਆ। ਰੱਬ ਰੂਪੀ ਰਾਮ ਥੋੜਾ ਰੋਂਦਾ, ਇਹ ਦਸ਼ਰਥ ਦਾ ਪੁੱਤਰ ਰੋਇਆ ਸੀ। ਕਹੋ ਸਤਨਾਮ। ਤੇ ਦਸ਼ਰਥ ਦਾ ਪੁੱਤਰ ਰਹਿਣਾ ਉਹ ਰੱਬ ਨਹੀਂ ਹੈ। ਗੁਰੂ ਸਾਹਿਬ ਖੁਦ ਕਹਿੰਦੇ ਆ, ਸਾਨੂੰ ਵੀ ਰੱਬ ਨਾ ਕਹੋ, ਅਸੀਂ ਵੀ ਉਹਦੇ ਸੇਵਕ, ਕੰਮ ਕਰਨ ਵਾਸਤੇ ਆਏ ਆ, ਨਾ ਕੋਈ ਰੱਬ ਬਣ ਕੇ ਆਏ ਆ। ਕਹੋ ਸਤਨਾਮ। ਮੈਂ ਹੂੰ ਪਰਮ ਪੁਰਖ ਕੋ ਦਾਸਾ। ਫਿਰ ਰਾਜਾ ਰਾਮ ਦਸ਼ਰਥ ਦਾ ਪੁੱਤਰ ਕਿਵੇਂ ਉਹ ਰਾਮ ਬਣ ਸਕਦਾ ਹੈ? ਇੱਥੇ ਰਾਮ ਦੀ ਗੱਲ ਹੈ, ਉਹ ਰਾਮ ਜਿਸ ਨੂੰ ਕਬੀਰ ਸਾਹਿਬ ਜੀ ਕਹਿੰਦੇ ਮੈਂ ਉਹਨੂੰ ਜਾਣ ਲਿਆ। ਉਹ ਕਿਹੜਾ ਰਾਮ ਹੈ? ਓੰਕਾਰ ਆਦਿ ਮੈਂ ਜਾਨਾ, ਲਿਖਿਆਰ ਮੇਟਾ ਤਾਹੇ ਨਾ ਮਾਨਾ। ਜਿਹੜਾ ਬਣਦਾ ਤੇ ਢਹਿੰਦਾ, ਜੰਮਦਾ ਤੇ ਮਰਦਾ, ਮੈਂ ਉਸ ਨੂੰ ਨਹੀਂ ਮੰਨਦਾ। ਮੈਂ ਉਸ ਰਾਮ ਨੂੰ ਜਾਣ ਲਿਆ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਆਤਮਾ ਬਣ ਕੇ, ਸ਼ਬਦ ਬਣ ਕੇ। ਕਹੋ ਸਤਨਾਮ ਸ੍ਰੀ। ਓੰਕਾਰ ਆਦਿ ਮੈਂ ਜਾਨਾ, ਲਿਖਿਆਰ ਮੇਟਾ ਤਾਹੇ ਨਾ ਮਾਨਾ।
तो इस तरह गुरु प्यारिओ कबीरा मेरी सिमरनी शुरुआत है जिहड़ी उच्ची है। जिवें पहली दा बच्चा उच्ची उच्ची पढ़दा है, एक दूनी दूनी, दो दूनी चार, तो जो पढ़ लिख गया BA च हो गया, 12वीं च हो गया, 10वीं च हो गया, फिर तो कदे पहाड़े नहीं पढ़ता, फिर तो बिना बोलिया ही सब कुछ करी जा रहा है, पढ़ी जा रहा है, लिखी जा रहा है। उच्ची बोलता नहीं, एक दूनी दूनी, दो दूनी चार, फिर नहीं कहता ऊड़ा उठ ईड़ी इटा आड़ा अंब, फिर कुछ भी नहीं कहता, अखबार भी पढ़ता, किताबां पढ़ता, चुप करके पढ़ी जाता है। ये अवस्था है संसारी, ये भगतां दी अवस्था भी इदां दी है। पहली अवस्था उच्ची वाहिगुरू कहना, राम कहना, अगे जाके वो राम उन्हां दे सवासां विच खून विच रम गया। पहली अवस्था कबीरा मेरी सिमरनी रसना उपर राम, आज जुगादी सगल भगत ताको सुख विश्राम। ते चौथी अवस्था माला फेरू ना हर भजू मुख ते कहूँ ना राम। हुण मैं जीव नाल राम राम नहीं कहता, हथ नाल माला नहीं फेरदा, हुण तां जदों सवास आउंदा है नाल ही राम आउंदा है। कहो सतनाम सी, हर सवास सवास दे नाल आपे ही राम राम होई जांदी है अंदर। ये फील हुंदा है जिहदा अभ्यास होवे। माला फेरू ना हर भजू मुख ते कहूँ ना राम। मेरा राम जिहड़ा मेरे अंदर बैठा, मेरा राम मुझको भजे तां पाऊँ विश्राम। हुण तां मेरी आत्मा, मेरी जमीर, मेरा सवास सवास जिहड़ा है उस परमेश्वर रूपी राम नूं, वाहिगुरू नूं याद कर रहा है, गॉड नूं, अल्लाह नूं, जिस दे बेअंत नाम हन, ओह वार वार याद करदा है। हर हार कंठ जिन्नी पहरिया, जिन्हां ने हिरदे रूपी गले विच ये हार बन गया। गुर चरनी चित लाए, गुरु दे लड़ लग गए। फिर अगली अवस्था की आ उन्हां दी, तिन्ना पिछे रिद सिद्ध फिरे, और उन्हां दे पिछे तां रिद्धियां सिद्धियां हथ बन्नी फिरदियां। जी कोई काम दस दिओ, असीं नाम जपण वाले महापुरुषां नूं कहने आ ना, महाराज कोई सेवा दसो, ये उन्हां दीयां रिद्धियां सिद्धियां साडे चों बोलदियां। को सतनाम सी, और रिद्धियां सिद्धियां कोई अलग सरीर नहीं ले फिरदियां। नाम जपण वालियां दी असीं किन्नी सेवा करनी चाहुंदे आ, ये उन्हां दे नाम दा प्रताप है। को सतनाम सी, नाम जपण वाले नाल दुनिया जुड़दी है, उन्हें नाम दा प्रताप। तो इस करके उन्हां दे पिछे फिर रिद्धियां सिद्धियां आउंदियां, पर शर्त है तिल ना तमाए। उन्हां दे अंदर तिल जिन्नी भी तमा नहीं रहिंदी, हंकार नहीं रहिंदा कि मेरे नाल किन्नी दुनिया है। तो जदों तमा आ गई, जदों हंकार आ गया, फिर सब कुछ खत्म। हौमै नावै नाल विरोध है, दोए ना बसै कठाए। हौमै विच सेवा ना होवई, तां मन बिरथा जाए। हंकार दे विच मनुख नूं सेवा सिमरन भुल जांदा है ते ओहदा जीवन खराब हो जांदा है। इस करके जिहड़े गुरु वाले बन के अपने आप नूं बचाउंदे है, जदों भी कोई प्राप्ति होई उदों ही कहंदे आ परमेश्वर की कृपा। 10वें प्रीतम भी यही सिखाउंदे है, कृपा अकाल केरी भई जीत मेरी। जितिया मैं जंग दा मैदान, ते कृपा अकाल पुरख दी हुई। वाहिगुरू जी का खालसा, वाहिगुरू जी की फतेह। फतेह भी ओदी ते खालसा भी ओदा। कहो सतनाम सी। ऐसे ऐसे बचन सतगुर ने क्यों बनाया? ताकि सिख नूं गल करदियां भी हंकार ना होवे। कहो सतनाम सी। ते गुरु जिहड़ा सिख नूं हंकार तो बचाउंदा है, भाई जोगे नूं हंकार होया ते तुरंत उसे वेले हुशियारपुर पातशाह जी ने गुप्त रूप च पहुँच के उस नूं विकारां तो बचा लिया। ये तो नरकां नूं जांदा सीगा। पहला हंकार होया, फिर काम होरी आ गए, फिर बेसवा दे कोठे नूं तुर पिया, जिथे 10वें पातशाह नूं पहुंचना पिया। क्योंकि पहला एक बचन हो गया सीगा छोटे हुंदे नाल, जद माँ प्यो छड्डण आए सीगे उन्हां कोले आनंदपुर साहिब। पातशाह प्यार प्यार च कहने, बच्चों की ना है? कहना जी जोगा। जोगा किहदे जोगा? उन्होंने पता छड्ड के जाणगे माँ प्यो। कहना जी सोडे जोगा। कहने चंगा, तू मेरे जोगा तो मैं तेरे जोगा। को सतनाम। ते बड़े होए दी परीक्षा ले ली, लावां दे विच चिट्ठी भेजती। सिख नूं कहता 2 लावां हो जाण ते ओनूं खोल के मूहरे कर दी अखां दे। जब 2 लावां पूरियां हो गई तो सिख ने उठ के चिट्ठी खोली तो मूहरे करती। जोगा सिंह पातशाह की चिट्ठी आ, की लिखिया है? जोगा सिंह जिथे बैठा जो करदा छड्ड के पिछे छेती आ जा, बड़ा जरूरी काम है। को सतनाम।
ਰਹਿੰਦੀਆਂ 2 ਲਾਵਾਂ ਨੇ ਲਈਆਂ, ਉੱਠ ਕੇ ਤੁਰ ਪਿਆ। ਬੜਾ ਪਰਿਵਾਰ ਨੇ ਰੋਕਿਆ, 10-15 ਮਿੰਟ ਲੱਗਣਗੇ, 2 ਲਾਵਾਂ ਲੈ ਕੇ ਚਲੇ ਆ ਜਾਈ। ਕਹਿੰਦਾ ਨਾ, ਬਿਲਕੁਲ ਨਹੀਂ, ਚਿੱਠੀ ਤੇ ਦੇਖੋ ਕੀ ਲਿਖਿਆ, ਹੁਣੇ ਆ ਜਾ, ਮੈਂ ਨਹੀਂ ਰਹਿ ਸਕਦਾ ਹੁਣ। ਕੋ ਸਤਨਾਮ। ਪਰ ਹੁਸ਼ਿਆਰਪੁਰ ਪਹੁੰਚਦਿਆਂ ਮਨ ਵਿੱਚ ਇਹ ਹੰਕਾਰ ਹੋਰੀ ਆ ਗਏ। ਇਹ ਅੰਦਰੋਂ ਕਹਿੰਦੇ, ਵੇਖਿਆ ਜੋਗਾ ਸਿਆ, ਤੇਰੇ ਵਰਗਾ ਕਿਹੜਾ ਸਿੱਖ ਹੈ। ਹੰਕਾਰ ਉਹ ਪੰਛੀ ਹੈ, ਜਿਹੋ ਜਿਹੀ ਅਵਸਥਾ ਹੁੰਦੀ ਆ ਉਹੋ ਜਿਹਾ ਰੂਪ ਧਾਰ ਲੈਂਦਾ। ਕੋ ਸਤਨਾਮ। ਬਟੇਰੇ ਵਰਗਾ, ਜਦੋਂ ਕਣਕਾਂ ਹਰੀਆਂ ਹੁੰਦੀਆਂ ਤੇ ਬਟੇਰੇ ਹਰੇ ਰੰਗ ਦੇ ਹੁੰਦੇ ਆ, ਤੇ ਜਦੋਂ ਪੱਕ ਜਾਂਦੀਆਂ ਪੀਲੀਆਂ ਹੋ ਜਾਂਦੀਆਂ, ਫਿਰ ਉਹਨਾਂ ਦੇ ਖੰਭ ਵੀ ਪੀਲੇ ਹੋਣ ਲੱਗ ਜਾਂਦੇ ਆ। ਕੋ ਸਤਨਾਮ। ਇਹ ਹੰਕਾਰ ਵੀ ਉਹੋ ਜਿਹਾ ਰੂਪ ਧਾਰ ਲੈਂਦਾ। ਵੇਖਿਆ ਜੋਗਾ ਸਿਆ, ਤੇਰੇ ਵਰਗਾ ਕਿਹੜਾ ਸਿੱਖ ਹੈ ਗੁਰੂ ਦਾ, ਜਿਹੜਾ ਘਰ ਵੱਲ ਨੂੰ 2 ਲਾਵਾਂ ਲੈ ਕੇ ਛੱਡਿਆ ਵੇ। ਬਸ ਹੰਕਾਰ ਹੋਰੀ ਆਏ ਤੇ ਮਗਰੇ ਦੂਜੇ ਮਿੱਤਰ ਆ ਗਏ, ਕਾਮ ਕੋ ਲੋਭ ਹੰਕਾਰ, 4 ਆ ਗਏ, 5 ਆ ਗਏ, ਦੱਬ ਲਿਆ ਤੇ ਤੁਰ ਪਿਆ ਵੇਸਵਾ ਦੇ ਕੋਠੇ ਨੂੰ। ਉੱਥੇ ਰਾਤ ਕੱਟੀ ਸੀ ਇਸ ਨੇ। ਬਸ ਮਨ ਪਛੇਮਾਨ ਹੋ ਗਿਆ। ਪਹਿਲੀ ਵਾਰ ਗਿਆ, ਪਹਿਰੇਦਾਰ ਨੇ ਮੋੜਤਾ, ਫਿਰ ਰਾਤ ਨੂੰ ਗਿਆ, ਪਹਿਰੇਦਾਰ ਫਿਰ ਖੜਾ ਹੈ। ਤੜਕੇ 3 ਵਜੇ ਫਿਰ ਤੁਰ ਪਿਆ, ਪਹਿਰੇਦਾਰ ਫਿਰ ਖੜਾ। 3-4 ਵਜੇ ਗਿਆ, ਪਹਿਰੇਦਾਰ ਕਹਿੰਦਾ, ਯਾਰ ਮੈਨੂੰ ਸਮਝ ਨਹੀਂ ਆਉਂਦੀ, ਤੂੰ ਬਾਰ-ਬਾਰ ਕਿਉਂ ਆਉਣਾ? ਤੇਰੀ ਸੋਹਣੀ ਪੱਗ ਬੰਨੀ ਹੈ, ਮੈਨੂੰ ਤੂੰ ਗੁਰੂ ਕਾ ਸਿੱਖ ਲੱਗਦਾ, ਇੱਧਰ ਤੇਰਾ ਕੀ ਕੰਮ ਹੈ? ਇੱਕਦਮ ਦਿਮਾਗ ਘੁੰਮਿਆ, ਕਿਉਂਕਿ ਹੰਕਾਰ ਭੱਜ ਗਿਆ, ਕਿਉਂਕਿ ਚੋਰ ਫੜਿਆ ਗਿਆ ਨਾ ਅੰਦਰੋਂ। ਉਹ ਵਿਕਾਰ ਜਿਹੜਾ ਸੀਗਾ ਅੰਦਰ ਪੈਦਾ ਹੋਇਆ, ਉਹ ਭੱਜ ਗਿਆ ਵੀ ਹੁਣ ਤਾਂ ਫੜੇ ਗਏ। ਉਹ ਭੱਜ ਗਿਆ, ਨਾਲ ਦੀ ਨਾਲ ਇਹਦੀ ਮੱਤ ਟਿਕਾਣੇ ਆ ਗਈ। ਕਹਿੰਦੇ, ਉਹ ਜੋਗਿਆ, ਕੱਲ ਤਾਂ ਤੂੰ ਕਹਿੰਦੇ ਤੇਰੇ ਵਰਗਾ ਕਿਹੜਾ ਸਿੱਖ ਹੈ, ਤੇ ਅੱਜ ਵੀ ਤੇਰੇ ਵਰਗਾ ਕੋਈ ਸਿੱਖ ਨਹੀਂਗਾ, ਕਿੱਧਰ ਚੱਲਿਆ ਗੁਰੂ ਨੂੰ ਛੱਡ ਕੇ? ਕੋ ਸਤਨਾਮ ਸੀ। ਪਛੇਮਾਨ ਹੋਇਆ ਤੇ ਜਦੋਂ ਫਿਰ ਉੱਥੋਂ ਜਾ ਕੇ ਵਾਪਸ ਕਮਰਾ ਬੰਦ ਕੀਤਾ, ਸਮਾਨ ਸੰਭਾਇਆ ਸਰਾਂ ਵਾਲਿਆਂ ਦਾ, ਘੋੜਾ ਖੋਲਿਆ ਤੇ ਭਜਾ ਲਿਆ। ਹੁਣ ਮਨ ਵਿੱਚ ਕੋਈ ਹੰਕਾਰ ਨਹੀਂ, ਕੋਈ ਵਿਕਾਰ ਨਹੀਂ, ਰੋਂਦਾ ਆਉਂਦਾ ਹੁਣ ਤਾਂ। ਤੇ ਜਦੋਂ ਅਨੰਦਪੁਰ ਸਾਹਿਬ ਜਾ ਕੇ ਪਾਤਸ਼ਾਹ ਦੀ ਹਜ਼ੂਰੀ 'ਚ ਪਹੁੰਚਿਆ, ਸਾਹਮਣੇ ਜੋਗਾ ਆ ਗਿਆ ਤੇ ਪਾਤਸ਼ਾਹ ਜਾਣ ਬੁੱਝ ਕੇ ਇੱਦਾਂ ਟੂਲੇ ਜੇ ਲੈਣ ਲੱਗ ਪਏ। ਤੇ ਕੋਲੇ ਬੈਠੇ ਸਿੰਘ ਕਹਿਣ ਲੱਗੇ, ਪਾਤਸ਼ਾਹ ਕੀ ਗੱਲ, ਰਾਤ ਨੀਂਦ ਨਹੀਂ ਆਈ? ਜਦੋਂ ਇਹ ਗੱਲ ਚੱਲੀ, ਇਹਨੇ ਜੋਗਾ ਸਾਹਮਣੇ ਪਹੁੰਚ ਗਿਆ। ਕਹਿੰਦੇ, ਜੋਗੇ ਨੂੰ ਪੁੱਛੋ, ਸਾਰੀ ਰਾਤ ਨਹੀਂ ਸੌਣ ਦਿੱਤਾ ਇਸ ਨੇ। ਕੋ ਸਤਨਾਮ। ਬਸ ਫਿਰ ਕੀ ਸੀਗਾ, ਜੋਗੇ ਨੂੰ ਵੀ ਪਤਾ ਸੀ ਤੇ ਗੁਰੂ ਸਾਹਿਬ ਨੂੰ ਪਤਾ ਸੀਗਾ। ਫਿਰ ਤਾਂ ਡਿੱਗ ਪਿਆ ਪੈਰਾਂ 'ਚ ਤੇ ਚਾਰੋਂ ਚਾਰ ਰੋਣ ਲੱਗਿਆ। ਤੇ ਪਾਤਸ਼ਾਹ ਕਹਿੰਦੇ, ਰੋ ਹੀ ਲੈ, ਪਹਿਲਾਂ ਦੱਬ ਕੇ ਪਛਤਾਪ ਕਰ ਲੈ ਜਿਹੜੀ ਗਲਤੀ ਕੀਤੀ ਆ। ਕੋ ਸਤਨਾਮ ਸੀ। ਖੂਬ ਰੋਇਆ, ਜੋ ਰੋ ਰੋ ਕੇ ਹੰਭ ਗਿਆ, ਫਿਰ ਬਾਹੋਂ ਫੜ ਕੇ ਖੜਾ ਕੀਤਾ। ਕਹਿੰਦੇ, ਵਾਹ ਜੋਗਿਆ, ਓਏ ਮੈਂ ਤਾਂ ਪਰਖਿਆ ਤੇ ਤੂੰ ਮੈਨੂੰ ਕਿੱਥੇ ਪਰਖਿਆ ਜਾ ਕੇ? ਕੋ ਸਤਨਾਮ। ਫਿਰ ਸਾਰੀ ਕਹਾਣੀ ਸੰਗਤ ਨੂੰ ਸੁਣਾਈ। ਫਿਰ ਪਤਾ ਲੱਗਿਆ ਵੀ ਰਾਤ ਨੂੰ ਕੀ ਘਟਨਾ ਹੋਈ ਆ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਦੇ ਅੰਦਰ ਤਿਲ ਜਿੰਨੇ ਵੀ ਤਾਵਾਂ ਨਾ ਹੋਵੇ, ਉਹਨਾਂ ਦੇ ਮਗਰ ਤਾਂ ਬੇਅੰਤ ਸ਼ਕਤੀਆਂ ਫਿਰਦੀਆਂ। ਤਿਨਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ। ਜੋ ਪ੍ਰਭਾਵੈ ਸੋ ਥੀਐ, ਅਵਰ ਨਾ ਕਰਨਾ ਜਾਏ। ਪਰ ਸਿੱਖ ਦੀ ਅਵਸਥਾ ਉਹੋ ਜਿਹੀ ਹੋਵੇ ਕਿ ਜੋ ਪਰਮੇਸ਼ਰ ਨੂੰ ਭਾਉਂਦਾ ਉਹ ਕਰੇ, ਜਿਹੜਾ ਨਹੀਂ ਭਾਉਂਦਾ ਉਹ ਕਦੇ ਨਾ ਕਰੇ। ਕਹੋ ਸਤਨਾਮ ਸ੍ਰੀ। ਜੋ ਪਰਮੇਸ਼ਰ ਨੂੰ ਭਾਉਂਦਾ ਉਹ ਕਰੇ, ਭਾਵ ਭਾਣੇ ਵਿੱਚ ਰਵੇ। ਜੇ ਸਿੱਖ ਗੁਰੂ ਦੇ ਹੁਕਮ ਵਿੱਚ ਰਵੇ, ਅਵਰ ਨਾ ਕਰਨਾ ਜਾਏ। ਜਨ ਨਾਨਕ ਜੀਵੈ ਨਾਮ ਲੈ, ਹਰ ਦੇਵੋ ਸਹਿ ਸੁਭਾਏ। ਸਾਰ ਰਾਮ ਜੀ, ਤੀਰਥਾਂ ਤੇ ਜਾਣ ਦਾ ਤਾਂ ਫਾਇਦਾ ਹੈ ਜੇ ਗੁਰੂ ਵਾਲੇ ਬਣ ਕੇ ਨਾਮ ਵੀ ਜਪੀਏ। ਗੱਲ ਮਣੀਕਰਨ ਦੀ ਹੋ ਰਹੀ ਸੀ। ਇਹ 2 ਸ਼ਬਦ ਪਾਤਸ਼ਾਹ ਜੀ ਨੇ ਇਸ ਵਿਸ਼ੇ ਤੇ ਗੋਇੰਦਵਾਲ ਸਾਹਿਬ ਬੈਠ ਕੇ ਉਚਾਰਨ ਕੀਤੇ। ਜਦੋਂ ਇੱਕ ਸਾਧ ਨੇ ਆ ਕੇ ਕਿਹਾ, ਜੀ ਮਣੀਕਰਨ ਸ਼ਿਵ ਜੀ ਪਾਰਵਤੀ ਦਾ ਸਥਾਨ ਹੈ, ਉੱਥੇ ਉਹਨਾਂ ਨੇ 2 ਕੁੰਡ ਕੱਢੇ ਆ, ਗਰਮ ਤੇ ਠੰਡੇ ਪਾਣੀ ਦਾ। ਫਿਰ ਗੁਰੂ ਸਾਹਿਬ ਨੇ ਇਸ ਵਿਸ਼ੇ ਤੇ ਵਿਚਾਰ ਦਿੱਤੀ, ਗਿਆਨ ਦਿੱਤਾ ਕਿ ਸਿੱਧੋ ਸਿੱਖੋ ਸਾਧੋ, ਸਾਡਾ ਜੀਵਨ ਗੁਰੂ ਵਾਲੇ ਬਣ ਕੇ ਬਤੀਤ ਹੋਣਾ ਚਾਹੀਦਾ ਹੈ। ਫਿਰ ਸਾਰੀਆਂ ਤਾਕਤਾਂ ਹੀ ਆ ਜਾਣਗੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਕਿਉਂਕਿ ਉਹ ਸਾਧ ਕਹਿੰਦਾ ਸੀਗਾ, ਜੀ ਮਣੀਕਰਨ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ। ਕਹਿੰਦੇ ਨਹੀਂ, ਇਹ ਇੱਛਾ ਪੂਰੀਆਂ ਕਰਨ ਵਾਲਾ ਪਰਮੇਸ਼ਰ ਹੈ, ਕੋਈ ਤੀਰਥ ਨਹੀਂ ਹੈ। ਕਹੋ ਸਤਨਾਮ ਸ੍ਰੀ। ਗੁਰੂ ਦੇ ਲੜ ਲੱਗੀਏ, ਪਰਮੇਸ਼ਰ ਦਾ ਨਾਮ ਜਪੀਏ, ਗੁਰੂ ਦੇ ਭਾਣੇ ਵਿੱਚ ਰਹੀਏ, ਤਾਂ ਘਰ ਦੇ ਵਿੱਚ ਹੀ ਸਭ ਕੁਝ ਪਾਇਆ ਜਾ ਸਕਦਾ ਹੈ। ਇਉਂ ਪ੍ਰੀਤਮ ਨੇ ਗੋਇੰਦਵਾਲ ਸਾਹਿਬ ਇਹ ਬਚਨ ਉਚਾਰਨ ਕੀਤੇ। ਅਗਲੇ ਸ਼ਬਦ ਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਆਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।